ਧੰਨ ਵਾਹਿਗੁਰੂ ਜੀ। ਸਾਰੰਗ ਇਕ ਓੰਕਾਰ ਸਤਿਗੁਰ ਪ੍ਰਸਾਦ। ਤੈਂ ਨਰ ਕਿਆ ਪੁਰਾਨ ਸੁਨ ਕੀਨਾ, ਅਨ ਪਾਵਨੀ ਭਗਤ ਨਹੀਂ ਉਪਜੀ। ਭੂਖੈ ਦਾਨ ਨਾ ਦੀਨਾ, ਤੈਂ ਨਰ ਕਿਆ ਪੁਰਾਨ ਸੁਨ ਕੀਨਾ, ਅਨ ਪਾਵਨੀ ਭਗਤ ਨਹੀਂ ਉਪਜੀ। ਭੂਖੈ ਦਾਨ ਨਾ ਦੀਨਾ। ਰਹਾਉ ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ। ਲੋਭ ਨਾ ਛੂਟਿਓ ਦੇਵਾ। ਪਰ ਨਿੰਦਾ ਮੁਖ ਤੇ ਨਹੀਂ ਛੂਟੀ। ਨਿਫਲ ਭਈ ਸਭ ਸੇਵਾ। ਬਾਟ ਪਾਰ ਕਰ ਮੂਸ ਬਿਰਾਨੋ। ਪੇਟ ਭਰੈ ਅਪਰਾਧੀ। ਜਿਹੇ ਪਰਲੋਕ ਜਾਏ ਅਪਕੀਰਤ। ਸੋਈ ਅਵਿਦਿਆ ਸਾਧੀ। ਹਿੰਸਾ ਤਉ ਮਨ ਤੇ ਨਹੀਂ ਛੂਟੀ। ਜੀ ਦਇਆ ਨਹੀਂ ਪਾਲੀ। ਪਰਮਾਨੰਦ ਸਾਧ ਸੰਗਤ ਮਿਲ। ਕਥਾ ਪੁਨੀਤ ਨਾ ਚਾਲੀ। ਹਿੰਸਾ ਤਉ ਮਨ ਤੇ ਨਹੀਂ ਛੂਟੀ। ਜੀ ਦਇਆ ਨਹੀਂ ਪਾਲੀ। ਪਰਮਾਨੰਦ ਸਾਧ ਸੰਗਤ ਮਿਲ। ਕਥਾ ਪੁਨੀਤ ਨਾ ਚਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਸਾਧ ਸੰਗਤ ਜੀਓ, ਅਕਾਲ ਪੁਰਖ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰਾਂ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਸਤਿਕਾਰ ਇਕਾਗਰਤਾ ਸਹਿਤ ਸ਼ਰਵਣ ਕੀਤੇ ਹਨ। ਰੋਜ਼ਾਨਾ ਦੇ ਸਜਦੇ ਦੀਵਾਨਾਂ ਦੇ ਅੰਦਰ ਭਗਤ ਸਾਹਿਬਾਨ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦਾਂ ਨੂੰ ਲੜੀਵਾਰ ਵਿਚਾਰਨ ਦਾ ਯਤਨ ਕੀਤਾ ਜਾਂਦਾ ਹੈ। ਸਤਿਗੁਰੂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਜੋ ਭਗਤ ਸਾਹਿਬਾਨਾਂ ਦੀ ਬਾਣੀ ਵੱਖ-ਵੱਖ ਰਾਗਾਂ ਦੇ ਵਿੱਚ ਦਰਜ ਹੈ। ਸਭ ਤੋਂ ਵਧੇਕ ਬਾਣੀ ਭਗਤ ਕਬੀਰ ਸਾਹਿਬ ਦੀ ਹੈ, ਉਸ ਤੋਂ ਘੱਟ ਭਗਤ ਨਾਮਦੇਵ ਸਾਹਿਬ ਦੀ, ਉਸ ਤੋਂ ਘੱਟ ਭਗਤ ਰਵਿਦਾਸ ਜੀ ਦੀ, ਫਿਰ ਬਾਬਾ ਸ਼ੇਖ ਫਰੀਦ ਸਾਹਿਬ ਤਥਾ ਫਿਰ ਹੋਰ ਭਗਤਾਂ ਦੀ। ਕੁਝ ਮਹਾਂਪੁਰਖ 15 ਭਗਤ ਸਾਹਿਬਾਨਾਂ ਵਿੱਚੋਂ ਐਸੇ ਹਨ ਜਿਨ੍ਹਾਂ ਦਾ ਕੇਵਲ ਇੱਕ ਇੱਕ ਸ਼ਬਦ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ।
ਉਹਨਾਂ ਦੇ ਵਿੱਚੋਂ ਇੱਕ ਮਹਾਂਪੁਰਖ ਹਨ ਭਗਤ ਪਰਮਾਨੰਦ ਜੀ, ਜਿਨ੍ਹਾਂ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਆਪ ਜੀ ਨੇ ਦਾਸ ਪਾਸੋਂ ਹੁਣੇ ਹੀ ਪਾਠ ਦੇ ਰੂਪ ਵਿੱਚ ਸਰਵਣ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 1253 ਉੱਪਰ ਇਹ ਪਾਵਨ ਸ਼ਬਦ ਦਰਜ ਹੈ। ਸ਼ਬਦ ਉੱਪਰ ਜੋ ਸਿਰਲੇਖ ਹੈ ਸਾਰੰਗ, ਇਹ ਰਾਗ ਦਾ ਨਾਮ ਹੈ। ਇਹ ਸਾਰਗ ਕਰਕੇ ਜਾਂ ਸਾਰੰਗ ਕਰਕੇ ਦੋਵਾਂ ਤਰੀਕਿਆਂ ਨਾਲ ਹੀ ਲਿਖਿਆ ਗਿਆ। ਕਿਤੇ ਰਾਰੇ ਦੇ ਉੱਤੇ ਟਿੱਪੀ ਲੱਗੀ ਹੋਈ ਹੈ ਤੇ ਕਿਤੇ ਨਹੀਂ ਲੱਗੀ ਹੋਈ, ਯਾਨੀ ਕਿ ਇਸ ਰਾਗ ਨੂੰ ਦੋਵਾਂ ਤਰੀਕਿਆਂ ਦੇ ਨਾਲ ਹੀ ਬੁਲਾਇਆ ਜਾਂਦਾ ਹੈ। ਸੰਖੇਪ ਮੰਗਲਾਚਰਨ ਦਰਜ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਹਿੰਦਸਾ, ਇੱਕ ਬੱਝਵੀਂ ਸੱਤਾ ਦਾ ਲਖਾਇਕ ਹੈ, ਜਿਸ ਦਾ ਭਾਵ ਹੈ ਸਾਰੀ ਕਾਇਨਾਤ ਦਾ ਮੂਲ, ਪੈਦਾ ਕਰਨ ਵਾਲਾ, ਕ੍ਰੀਏਟਰ, ਸੰਚਾਲਕ ਤੇ ਖਤਮ ਕਰਨ ਵਾਲਾ ਇੱਕੋ ਹੀ ਹੈ। ਉਹ ਇੱਕੋ ਸੱਤਾ ਹੀ ਸਮੁੱਚੀ ਕਾਇਨਾਤ ਵਿੱਚ ਵਿਆਪਕ ਹੈ, ਸਦੀਵ ਕਾਲ ਹੋਂਦ ਵਾਲੀ ਹੈ। ਸੱਚੇ ਗੁਰੂ ਦੇ ਬਖਸ਼ਿਸ਼ ਮਿਹਰ ਦਾ ਸਦਕਾ, ਗੁਰੂ ਦੇ ਅਨੁਭਵ ਨਾਲ ਜੁੜ ਕੇ ਜੀਵਨ ਉਸ ਮਾਲਕ ਦੀ, ਉਸ ਪਰਮੇਸ਼ਰ ਦੀ ਸੋਝੀ ਹੁੰਦੀ ਹੈ, ਅਹਿਸਾਸ ਹੁੰਦਾ ਹੈ, ਗਿਆਨ ਹੁੰਦਾ ਹੈ। ਆਮ ਰੂਪ ਵਿੱਚ ਜਿਨ੍ਹਾਂ ਮਹਾਂਪੁਰਖਾਂ ਦੀ ਬਾਣੀ ਆਰੰਭ ਹੁੰਦੀ ਉਹਨਾਂ ਦਾ ਨਾਮ ਉੱਪਰ ਜ਼ਰੂਰ ਆਉਂਦਾ ਹੈ। ਜਿੱਥੇ ਭਗਤ ਕਬੀਰ ਸਾਹਿਬ ਦੀ ਬਾਣੀ ਆਰੰਭ ਹੋਏਗੀ ਉਹਨਾਂ ਦਾ ਨਾਂ ਆਪਾਂ ਧਨਾਸਰੀ ਰਾਗ ਵਿੱਚ ਵੇਖਿਆ। ਧਨਾਸਰੀ ਬਾਣੀ ਭਗਤਾਂ ਕੀ, ਫਿਰ ਅੱਗੇ ਸ਼ਬਦ ਆਉਂਦੇ ਹਨ। ਪਹਿਲਾ ਸ਼ਬਦ ਭਗਤ ਤ੍ਰਿਲੋਚਨ ਜੀ ਦਾ, ਉਹਨਾਂ ਦਾ ਨਾਂ। ਫਿਰ ਸ਼ਬਦ ਆਉਂਦਾ ਹੈ ਭਗਤ ਪੀਪਾ ਜੀ ਦਾ, ਉਹਨਾਂ ਦਾ ਨਾਂ। ਭਗਤ ਧੰਨਾ ਜੀ ਦਾ, ਉਹਨਾਂ ਦਾ ਨਾਂ। ਇਸ ਤਰ੍ਹਾਂ ਉਹ ਸ਼ਬਦਾਂ ਦੇ ਉੱਤੇ ਉਹਨਾਂ ਦੇ ਨਾਮ ਦਰਜ ਨੇ। ਪਰ ਜੋ ਸਾਡੇ ਕੋਲ ਛਾਪੇ ਵਾਲੀਆਂ ਬੀੜਾਂ ਹਨ, ਉਹਨਾਂ ਵਿੱਚ ਇਸ ਸਥਾਨ ਦੇ ਉੱਤੇ ਭਗਤ ਪਰਮਾਨੰਦ ਜੀ ਦਾ ਨਾਮ ਸਿਰਲੇਖ ਵਿੱਚ ਮੌਜੂਦ ਨਹੀਂ ਹੈ। ਪਰ ਸ਼ਬਦ ਦੇ ਅਖੀਰ ਦੇ ਉੱਤੇ, ਜੋ ਕਿ ਕਾਵ ਰਚਨਾ ਦੇ ਮੁਤਾਬਕ ਹਰ ਲਿਖਣਹਾਰਾ ਆਪਣਾ ਨਾਮ ਦਰਜ ਕਰਦਾ ਹੈ, ਉਸ ਹਿਸਾਬ ਨਾਲ ਭਗਤ ਪਰਮਾਨੰਦ ਜੀ ਦਾ ਨਾਮ ਅਖੀਰਲੀ ਪੰਕਤੀ ਵਿੱਚ ਸੁਭਾਏਮਾਨ ਹੈ, ਦਰਜ ਹੈ, ਤੇ ਸ਼ਬਦ ਭਗਤ ਪਰਮਾਨੰਦ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਸ ਮੁਬਾਰਕ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ, ਜੋ ਕਿ ਪਹਿਲਾ ਬੰਦ ਹੈ, ਭਗਤ ਜੀ ਨੇ ਸਾਨੂੰ ਪ੍ਰੈਕਟੀਕਲ ਜੀਵਨ, ਜਿਸ ਨੂੰ ਅਸੀਂ ਆਖਦੇ ਹਾਂ ਵੀ ਜੋ ਮਨੁੱਖ ਗਿਆਨ ਸੁਣਦਾ ਹੈ, ਜੋ ਪੜ੍ਹਦਾ ਹੈ, ਜਿਸ ਗਿਆਨ ਨੂੰ, ਜਿਸ ਜਾਣਕਾਰੀ ਨੂੰ ਹਾਸਲ ਕਰਦਾ ਹੈ, ਉਸ ਨੂੰ ਆਪਣੇ ਜੀਵਨ ਵਿੱਚ ਇੰਪਲੀਮੈਂਟ ਕਰਨਾ, ਜਿਉ ਕੇ ਵੇਖਣਾ, ਇਸ ਪੱਖ ਵੱਲ ਸਾਡਾ ਧਿਆਨ ਦਿਵਾਇਆ। ਕਈ ਵਾਰ ਕੀ ਹੁੰਦਾ ਹੈ, ਮਨੁੱਖ ਸੰਸਾਰ ਦੇ ਅੰਦਰ ਜਾਣਕਾਰੀ ਬੌਧਿਕ ਪੱਧਰ ਉੱਤੇ ਬਹੁਤ ਇਕੱਠੀ ਕਰਦਾ ਹੈ, ਧਰਮ ਗ੍ਰੰਥਾਂ ਦੀ ਜਾਣਕਾਰੀ ਵੀ ਇਕੱਠੀ ਕਰਦਾ ਹੈ, ਪਰ ਇਕੱਲੀ ਜਾਣਕਾਰੀ ਦੇ ਆਧਾਰ ਦੇ ਉੱਤੇ ਮਨੁੱਖ ਜਿਹੜਾ ਉਹ ਨਾ ਧਰਮੀ ਹੋ ਸਕਦਾ ਹੈ, ਨਾ ਸਚਿਆਰਾ ਹੋ ਸਕਦਾ ਹੈ, ਨਾ ਚੰਗਾ ਹੋ ਸਕਦਾ ਹੈ। ਮਨੁੱਖ ਸਚਿਆਰਾ, ਧਰਮੀ ਤੇ ਚੰਗਾ ਜਾਂ ਗੁਰਮੁਖ ਕਦੋਂ ਬਣਦਾ ਹੈ, ਭਗਤ ਕਦੋਂ ਬਣਦਾ ਹੈ? ਜਦੋਂ ਉਹ ਉਸ ਸੱਚੇ ਗਿਆਨ ਨੂੰ, ਸਹੀ ਗੱਲ ਨੂੰ, ਸਹੀ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਵਸਾ ਲਵੇ, ਉਹਦੀ ਪ੍ਰੈਕਟਿਸ ਕਰੇ, ਉਹਦਾ ਅਭਿਆਸ ਕਰੇ। ਉਹਨੂੰ ਆਪਾਂ ਕਹਿੰਦੇ ਹਾਂ ਕਮਾਈ ਕਰਨੀ, ਜਿਸ ਨੂੰ ਆਖਿਆ ਜਾਂਦਾ ਵੀ ਕਰਨੀ ਜਿਹੜੀ ਹੈ ਉਹ ਜੀ ਉੱਚੀ ਹੋ ਜਾਏ, ਉਹਦੇ ਮੁਤਾਬਕ ਹੋ ਜਾਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਗਿਆਨ ਸ਼ਬਦ ਜਾਣਕਾਰੀ ਲਈ ਵੀ ਆਇਆ, ਤੇ ਬਹੁਤਾ ਜਿਹੜਾ ਗਿਆਨ ਸ਼ਬਦ ਹੈ ਉਹ ਕਮਾਈ ਲਈ ਆਇਆ। ਹੁਣ ਜੇ ਮੈਂ ਇੱਕ ਉਦਾਹਰਣ ਦੇਣਾ, ਮੰਨ ਲਓ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਮੁਬਾਰਕ ਅੰਕ ਦੇ ਉੱਤੇ ਕਿਹੜਾ ਸ਼ਬਦ ਹੈ, ਕਿਸ ਦਾ ਲਿਖਿਆ ਹੋਇਆ, ਉਹਦੀ ਭਾਸ਼ਾ ਕੀ ਹੈ, ਉਹਦਾ ਅਰਥ ਕੀ ਹੈ, ਉਹਦਾ ਭਾਵ ਕੀ ਹੈ, ਇਹਦੀ ਸਮਝ ਹੋਣੀ, ਇਹ ਜਾਣਕਾਰੀ ਹੈ। ਇਹ ਗਿਆਨ ਦਾ ਇੱਕ ਪੱਧਰ ਹੈ, ਜਿਹੜਾ ਬੌਧਿਕ ਪੱਧਰ, ਜਿਹਨੂੰ ਆਪਾਂ ਕਹਿੰਦੇ ਬੁੱਧੀ ਦੇ ਤਲ ਤੇ ਇਹ ਪਤਾ ਹੈ। ਇਹ ਗਿਆਨ ਦਾ ਪਹਿਲਾ ਲੈਵਲ ਹੈ। ਪਰ ਜੋ ਕੁਝ ਉਹ ਲਿਖਿਆ, ਜੋ ਮੇਰੀ ਸਮਝ ਵਿੱਚ ਆਇਆ, ਜੇ ਉਹਨੂੰ ਕਮਾ ਕੇ ਨਹੀਂ ਵੇਖਿਆ ਗਿਆ, ਜੀਵਨ 'ਚ ਹੰਢਾ ਕੇ ਨਹੀਂ ਵੇਖਿਆ ਗਿਆ, ਤਾਂ ਮੈਂ ਗਿਆਨ ਦੀ ਉਸ ਅਵਸਥਾ ਤੇ ਨਹੀਂ ਪਹੁੰਚ ਸਕਾਂਗਾ ਜਿਸ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਕਹੀ ਹੈ। ਉਸ ਨੂੰ ਫਿਰ ਅਸਲ ਗਿਆਨੀ ਨਹੀਂ ਗੁਰੂ ਗ੍ਰੰਥ ਸਾਹਿਬ ਨੇ ਮੰਨਿਆ। ਉਹਦੇ ਬਾਬਤ ਤਾਂ ਬਾਣੀ 'ਚ ਕਿਹਾ, ਜਗ ਕਊਆ ਮੁਖ ਚੁੰਚ ਗਿਆਨ, ਵੀ ਸੰਸਾਰ ਕਾਂ ਵਰਗਾ ਹੈ,
ਕਾਂ ਬਿਰਤੀ ਹੈ। ਕਊਆ ਕਾਗ ਕਉ ਅੰਮ੍ਰਿਤ ਰਸ ਪਾਈਐ, ਤਿਪਤੈ ਵਿਸ਼ਟਾ ਖਾਏ ਮੁਖ ਗੋਹ ਹੈ। ਕਿਉਂ ਕਿਹਾ ਗਿਆ ਇਹ ਬਚਨ ਵੀ ਜਗ ਕਊਆ ਮੁਖ ਚੁੰਚ ਗਿਆ, ਵੀ ਕਾਂ ਨੂੰ ਖਾਣ ਵਾਸਤੇ ਉੱਤਮ ਪਦਾਰਥ ਮਿਲ ਜਾਏ ਉਹਦੇ ਵਿੱਚ ਵੀ ਮੂੰਹ ਮਾਰ ਲੈਂਦਾ, ਗੰਦਗੀ ਮਿਲ ਜਾਏ ਉਹਦੇ ਵਿੱਚ ਵੀ ਮੂੰਹ ਮਾਰ ਲੈਂਦਾ। ਉਸ ਨੂੰ ਚੰਗੇ ਤੇ ਬੁਰੇ ਦਾ ਫਰਕ ਪਤਾ ਨਹੀਂ। ਤੋ ਜੇ ਜ਼ਬਾਨ ਦੇ ਉੱਤੇ ਚੰਗੀ ਗੱਲ ਆ ਗਈ ਤਾਂ ਵੀ ਠੀਕ ਹੈ, ਜੇ ਮਾੜੀ ਬੋਲਣੀ ਪਈ ਤਾਂ ਵੀ ਠੀਕ ਹੈ। ਜੇ ਫਾਇਦਾ ਲੱਗਿਆ ਤੇ ਸੱਚ ਬੋਲਦੇ ਹੋ, ਨਹੀਂ ਫਾਇਦਾ ਤੇ ਝੂਠ ਵੀ ਬੋਲਦੇ ਹੋ, ਦੋਵੇਂ ਚੀਜ਼ਾਂ ਹੀ ਚੱਲਣਗੀਆਂ। ਇਸ ਲਈ ਆਖਿਆ ਅੰਤਰ ਲੋਭ ਝੂਠ ਅਭਿਮਾਨ। ਅੰਦਰ ਨਹੀਂ ਬਦਲਿਆ, ਅੰਦਰ ਉਸੇ ਤਰ੍ਹਾਂ ਦਾ ਲੋਭ ਹੈ, ਉਸੇ ਤਰ੍ਹਾਂ ਦਾ ਝੂਠ ਹੈ, ਉਸੇ ਤਰ੍ਹਾਂ ਦਾ ਹੰਕਾਰ ਹੈ। ਕਿਸੇ ਨੂੰ ਕਿਸੇ ਚੀਜ਼ ਦਾ ਗੁਮਾਨ, ਕਿਸੇ ਨੂੰ ਕਿਸੇ ਚੀਜ਼, ਉਹ ਗੁਮਾਨ ਨਹੀਂ ਛੁੱਟਿਆ। ਉਸ ਨੂੰ ਗੁਰਬਾਣੀ ਆਖਦੀ ਹੈ ਵੀ ਅੰਤਰ ਆਤਮਾ ਤੇ ਬਿਲਕੁਲ ਹੀ ਨਹੀਂ ਬਦਲਿਆ। ਜੀਵਨ ਦਾ ਮਿਆਰ ਤੇ ਉਹੋ ਜਿਹਾ ਹੀ ਹੈ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਕੇਵਲ ਮਹਿਜ਼ ਜਾਣਕਾਰੀ ਦੇ ਆਧਾਰਿਤ ਇਸ ਗਿਆਨ ਦੀ, ਬੌਧਿਕ ਗਿਆਨ ਦੀ ਜਿਹੜੀ ਖੇਡ ਹੈ ਜਾਂ ਸਮਝ ਹੈ, ਉਸ ਬਾਬਤ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਵੀ ਆਸਾ ਦੀ ਵਾਰ ਦੇ ਅੰਦਰ ਆਪਾਂ ਇਹ ਸ਼ਲੋਕ ਪੜ੍ਹਦੇ ਹਾਂ। ਹਾਲਾਂਕਿ ਜਿਹੜਾ ਪੁਰਾਤਨ ਜਨਮ ਸਾਖੀ ਵਿੱਚ ਇਹਦਾ ਜ਼ਿਕਰ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਕੈਲਾਸ਼ ਪਰਬਤ ਵੱਲੋਂ, ਜਿੱਥੇ ਬੜੀ ਬਰਫ਼ ਪੈਂਦੀ ਹੈ, ਜਿਸ ਨੂੰ ਸੁਮੇਰ ਪਰਬਤ ਦਾ ਨਾਮ ਹੀ ਸਾਡੀਆਂ ਲਿਖਤਾਂ ਵਿੱਚ ਦਿੱਤਾ ਗਿਆ, ਉਧਰੋਂ ਵਾਪਸ ਆ ਰਹੇ ਸਨ ਤੇ ਮਹਾਰਾਜ ਇੱਕ ਨਗਰ ਵਿੱਚ ਰੁਕੇ ਜਿੱਥੇ ਮਾਰਤੰਡ ਦਾ ਬਹੁਤ ਵੱਡਾ ਮੰਦਿਰ ਹੈ। ਉੱਥੇ ਸਤਿਗੁਰੂ ਮਹਾਰਾਜ ਨੇ ਆ ਕੇ ਪਹਿਲਗਾਮ ਦੇ ਇਲਾਕੇ ਵਿੱਚ, ਕਸ਼ਮੀਰ ਦੇ ਵਿੱਚ ਉੱਥੇ ਟਿਕਾਣਾ ਕੀਤਾ। ਇਹ ਜਨਮ ਸਾਖੀ ਦੀ ਲਿਖਤ ਹੈ ਜੋ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਵੀ ਸਤਿਗੁਰਾਂ ਦੇ ਤਨ ਦੇ ਉੱਤੇ ਚਮੜੇ ਦਾ ਇੱਕ ਵਸਤਰ ਹੈ ਜੋ ਬਰਫੀਲੇ ਪਹਾੜੀਆਂ 'ਚ ਰਹਿਣ ਵਾਲੇ ਲੋਕ ਪਹਿਨਦੇ ਸਨ। ਉੱਥੇ ਜਿਸ ਵੇਲੇ ਪਹੁੰਚੇ ਤੇ ਉੱਥੇ ਲਾਗੇ ਹੀ ਇੱਕ ਛੋਟਾ ਜਿਹਾ ਨਗਰ ਹੈ, ਪਿੰਡ ਹੈ, ਉਹਨੂੰ ਉਹ ਪਿੰਡ ਦਾ ਨਾਮ ਬੀਜ ਬਿਹਾੜਾ। ਉੱਥੋਂ ਦਾ ਬੜਾ ਵਿਦਵਾਨ ਪੰਡਤ, ਜਿਸ ਨੂੰ ਬ੍ਰਹਮਦਾਸ ਕਰਕੇ ਜਾਣਿਆ ਜਾਂਦਾ ਹੈ, ਉਸ ਦੀ ਇੱਕ ਆਦਤ ਸੀ, ਇੱਕ ਸੁਭਾਅ ਸੀ। ਕੁਝ ਲੋਕ ਹੁੰਦੇ ਨੇ ਬਹਿਸ ਕਰਦੇ ਨੇ। ਬਹਿਸ ਕਰਨਾ ਮਾੜੀ ਗੱਲ ਨਹੀਂ, ਪਰ ਜੇ ਉਹਦੇ ਚੋਂ ਕੁਝ ਤੁਸੀਂ ਸਮਝਣ ਲਈ ਜਾਂ ਸਮਝਾਉਣ ਲਈ ਕੋਸ਼ਿਸ਼ ਕਰੋ, ਤੇ ਜਿਹੜੇ ਲੋਕ ਬਹਿਸ ਕਰਨ ਲਈ ਬਹਿਸ ਕਰਦੇ ਨੇ ਵੀ ਸਾਡਾ ਮਕਸਦ ਬਹਿਸ ਕਰਨ ਦਾ ਇਹ ਵੀ ਬਹਿਸ ਅੱਗੇ ਤੁਰੀ ਜਾਵੇ, ਉਹਦੇ ਚੋਂ ਉਹਨਾਂ ਨੂੰ ਇੰਟਰਸਟ ਹੁੰਦਾ ਹੈ ਖਲਜਗਣ ਖੜੀ ਕਰਨ ਦਾ, ਮੁਸ਼ਕਿਲਾਂ ਖੜੀਆਂ ਕਰਨ ਦਾ। ਉਹ ਲੋਕ ਕਿਸੇ ਤਣ ਪੱਤਣ, ਉਹਨਾਂ ਨੂੰ ਅਸਲ 'ਚ ਇੱਕ ਚਸਕਾ ਲੱਗ ਗਿਆ ਹੁੰਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਫੋਕਟ, ਪਾਣੀ ਰਿੜਕਣ ਵਰਗਾ ਕੰਮ ਕਰੀ ਜਾਓ, ਕਰੀ ਜਾਓ, ਕਰੀ ਜਾਓ, ਨਾ ਉਹਦੇ 'ਚੋਂ ਕੋਈ ਨਤੀਜਾ, ਨਾ ਕੋਈ ਪ੍ਰਾਪਤੀ। ਉਹ ਜਿਹੜਾ ਇੰਟਰਸਟ ਹੈ, ਉਹ ਜਿਹੜਾ ਦਿਲਚਸਪੀ ਹੈ ਨਾ, ਜਿਹੜੀ ਇਹੋ ਜਿਹੀ ਬਹਿਸ ਦੀ ਬੜੀ ਮੂਰਖਾਨਾ ਹੁੰਦੀ ਹੈ। ਔਰ ਐਸੇ ਲੋਕ ਤੁਸੀਂ ਬਹੁਤਾਤ ਵਿੱਚ, ਮਾਫ ਕਰਨਾ, ਧਰਮ ਦੇ ਵਿਸ਼ੇ ਦੇ ਉੱਤੇ ਗੱਲਾਂ ਕਰਦੇ ਬਹੁਤ ਵੇਖੋਗੇ। ਰਾਜਨੀਤੀ 'ਚ ਤਾਂ ਹੈ ਹੀ ਹੈ ਨਾ, ਧਰਮ ਦੇ ਵਿਸ਼ੇ ਵਿੱਚ ਵੀ ਬਹੁਤ ਵੇਖੋਗੇ ਜਿਨ੍ਹਾਂ ਨੂੰ ਪਾਣੀ ਰਿੜਕਣ ਦਾ ਬਹੁਤ ਸ਼ੌਂਕ ਹੁੰਦਾ ਹੈ, ਕਿਉਂਕਿ ਉਹਨਾਂ ਨੂੰ ਆਪਣੀ ਜਾਣਕਾਰੀ ਦਾ ਘਮੰਡ ਹੈ ਵੀ ਮੈਨੂੰ ਵੱਧ ਪਤਾ ਹੈ। ਤੇ ਉਹ ਲੱਭਦੇ ਰਹਿੰਦੇ ਨੇ ਵੀ ਮੈਨੂੰ ਕੋਈ ਸ਼ਿਕਾਰ ਲੱਭੇ ਤੇ ਮੈਂ ਉਹਦੇ ਨਾਲ ਮੱਥਾ ਲਾਵਾਂ। ਘੰਟਿਆਂ ਬੱਧੀ ਸਮਾਂ ਖਰਾਬ ਕਰਨਗੇ, ਪ੍ਰਾਪਤੀ ਕੋਈ ਵੀ ਨਹੀਂ। ਉਹ ਜਿਹੜੀ ਚੀਜ਼ ਹੈ, ਉਹ ਕਈ ਵਾਰ ਤੁਸੀਂ ਵੇਖੋਗੇ, ਸਮਝਣ ਦੀ ਇਹ ਗੱਲ ਹੈ ਵੀ ਉਹ ਗੱਲ ਆਪਣੀ ਸਵਾਲ ਪੁੱਛਣ ਤੋਂ ਸ਼ੁਰੂ ਪੁੱਛਣਗੇ ਇਵੇਂ ਵੀ ਜਿਵੇਂ ਉਹਨਾਂ ਨੇ ਕੁਝ ਸਮਝਣਾ ਹੁੰਦਾ ਹੈ, ਪਰ ਅਸਲ 'ਚੋਂ ਗੱਲ ਸ਼ੁਰੂ ਕਰਨ ਦਾ ਢੰਗ ਹੁੰਦਾ ਤੇ ਸਮਝਾਉਣਾ ਹੈ, ਹੁੰਦਾ ਤੇ ਆਪਣੀ ਜਾਣਕਾਰੀ ਦਾ ਵਿਖਾਵਾ ਕਰਨਾ। ਹੁਣ ਗਿਆਨ, ਜਾਣਕਾਰੀ ਬਹੁਤ ਹੈ ਧਰਮ ਗ੍ਰੰਥਾਂ 'ਚ, ਕਿੱਥੇ ਕੀ ਲਿਖਿਆ, ਸਾਰਾ ਕੁਝ ਉਹ ਜਿਹੜਾ ਹੈ ਜਿਹਨੇ ਅਭਿਆਸ ਕੀਤਾ ਹੋਵੇ, ਪੜ੍ਹਿਆ ਹੋਵੇ, ਉਹਨੂੰ ਪਤਾ ਹੁੰਦਾ ਹੈ। ਹਾਲਾਂਕਿ ਕੋਈ ਨਿੱਕੀ ਗੱਲ ਨਹੀਂ ਹੁੰਦੀ। ਕਿਸੇ ਨੇ ਆਪਣਾ ਜ਼ਿੰਦਗੀ ਦਾ ਬਹੁਤਾ ਸਮਾਂ ਜਿਹੜਾ ਹੈ ਉਹ ਸ਼ਬਦਾਂ ਨੂੰ, ਅੱਖਰਾਂ ਨਾਲ ਸਿੱਝ ਕੇ ਲਾਇਆ ਹੋਵੇ, ਇਹ ਕੋਈ ਨਿੱਕੀ ਗੱਲ ਨਹੀਂ। ਪਰ ਉਸ ਜਾਣਕਾਰੀ ਦਾ ਜੇ ਘਮੰਡ ਹੋ ਗਿਆ ਤੇ ਸਮਝੋ ਹਾਥੀ ਦੇ ਇਸ਼ਨਾਨ ਵਰਗੀ ਖੇਡ ਹੈ, ਉਹਦੀ ਪ੍ਰਾਪਤੀ ਕੋਈ ਨਹੀਂ। ਫਿਰ ਉਹ ਸੰਸਾਰ ਦੇ ਲੋਕਾਂ ਨੂੰ ਥੋੜੀ ਕਹਿ ਸਕਦਾ ਵੀ ਘਮੰਡ ਤਿਆਗੋ, ਹੰਕਾਰ ਛੱਡੋ, ਹਉਮੈ ਛੱਡੋ। ਵੀ ਦੁਨੀਆ ਨੂੰ ਜੇ ਦੌਲਤ ਦਾ ਹੰਕਾਰ ਹੈ ਤੇ ਤੈਨੂੰ ਵਿਦਿਆ ਦਾ ਹੰਕਾਰ ਹੈ, ਫਰਕ ਕੀ ਰਹਿ ਗਿਆ? ਜੋ ਉਹਨਾਂ ਕੋਲ ਹੈ ਉਹਦਾ ਹੰਕਾਰ ਪਾਲੀ ਬੈਠੇ ਨੇ, ਜੋ ਤੇਰੇ ਕੋਲ ਹੈ ਤੂੰ ਉਹਦਾ ਪਾਲੀ ਬੈਠਾ। ਸਤਿਗੁਰੂ ਗੁਰੂ ਨਾਨਕ ਮਹਾਰਾਜ ਨਾਲ ਉਹ ਚਰਚਾ ਕਰਦਾ ਹੈ। ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਉਹ ਆਖਦਾ ਵੀ ਮੇਰੇ ਨਾਲ ਤੁਸੀਂ ਚਰਚਾ ਕਰੋ
ਤੇ ਚਰਚਾ ਦੀ ਮੇਰੀ ਸ਼ਰਤ ਇਹ ਹੁੰਦੀ ਹੈ ਅਕਸਰ ਹੀ ਬਹੁਤੇ ਵਿਦਵਾਨਾਂ ਨਾਲ, ਸਾਧੂਆਂ ਨਾਲ, ਮਹਾਤਮਾਵਾਂ ਨਾਲ, ਵੀ ਜੇ ਉਹ ਜਿੱਤ ਜਾਣ ਚਰਚਾ 'ਚ ਮੈਂ ਆਪਣੇ ਗ੍ਰੰਥ, ਆਪਣੀਆਂ ਪੁਸਤਕਾਂ ਉਹਨੂੰ ਦੇ ਦਿਆਂ, ਤੇ ਜੇ ਉਹ ਜਿੱਤ ਜਾਏ, ਜੇ ਉਹ ਹਾਰ ਜਾਏ ਤੇ ਉਹ ਆਪਣੀਆਂ ਪੁਸਤਕਾਂ ਜਿਹੜੀਆਂ ਜਿਨ੍ਹਾਂ 'ਚ ਉਹਨੇ ਵਿੱਦਿਆ ਹਾਸਲ ਕੀਤੀ ਉਹ ਮੈਨੂੰ ਦੇ ਜਾਏ। ਬਸ ਇਹੀ ਜਿੱਤ ਹਾਰ ਦਾ ਪੈਮਾਨਾ। ਜਾਨੀ ਕਿ ਜਿੱਤ ਹਾਰ ਇਸ ਗੱਲ ਉੱਤੇ ਖੜੀ ਹੈ ਵੀ ਜਿਹੜਾ ਨਿਰਉੱਤਰ ਹੋ ਗਿਆ, ਜਿਸ ਨੂੰ ਉੱਤਰ ਨਾ ਔੜਿਆ ਮੌਕੇ ਦੇ ਉੱਤੇ, ਉਹ ਹਾਰਿਆ ਹੋਇਆ ਮੰਨ ਲਿਆ ਜਾਂਦਾ। ਹਾਲਾਂਕਿ ਇਹ ਕੋਈ ਗੱਲ ਨਹੀਂ ਬਣਦੀ। ਹੋ ਸਕਦਾ ਉਹਨੂੰ ਮੌਕੇ ਤੇ ਉੱਤਰ ਨਾ ਔੜੇ, ਮਗਰ ਉਹ ਬੜੀ ਪਾਵਰਫੁਲ ਦਲੀਲ ਘੜ ਲਵੇ, ਪਰ ਗੱਲ ਤਾਂ ਮੌਕਾ ਹੀ ਮੇਲ ਦੀ ਹੁੰਦੀ ਹੈ ਨਾ। ਜਦੋਂ ਜੰਗ ਚੱਲ ਪਵੇ ਸ਼ਬਦਾਂ ਦੀ, ਤੇ ਜਿਹੜਾ ਮੌਕੇ ਤੇ ਜਿਹੜਾ ਹਥਿਆਰ ਵਰਤ ਗਿਆ ਸੋ ਵਰਤ ਗਿਆ। ਇਹ ਵੀ ਇੱਕ ਜੰਗ ਹੈ, ਇਹ ਵੀ ਇੱਕ ਲੜਾਈ ਹੈ। ਗੁਰੂ ਨਾਨਕ ਸਾਹਿਬ ਮੁਸਕਰਾਏ ਤੇ ਕਹਿਣ ਲੱਗੇ ਵੀ ਮੇਰੇ ਕੋਲ ਤਾਂ ਤੇਰੇ ਵਰਗੀਆਂ ਨਾ ਪੋਥੀਆਂ ਨੇ, ਨਾ ਗ੍ਰੰਥ ਨੇ, ਨਾ ਪੁਸਤਕਾਂ ਨੇ, ਮੈਂ ਤੈਨੂੰ ਇਹਦੇ ਬਦਲੇ ਵਿੱਚ ਕੀ ਦੇ ਸਕਦਾ। ਮੰਨ ਲੈ ਤੂੰ ਜਿੱਤ ਜਾਂਦਾ ਹੈ ਇਸ ਬਹਿਸ ਦੇ ਵਿੱਚੋਂ, ਇਸ ਚਰਚਾ ਦੇ ਵਿੱਚੋਂ, ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਦਾ ਹੈ, ਕਹਿਣ ਲੱਗਿਆ ਜੀ ਤੁਸੀਂ ਹਾਰ ਮੰਨ ਲੈਣਾ, ਇੰਨਾ ਹੀ ਬਹੁਤ ਹੈ। ਤੁਸੀਂ ਕਹਿ ਦੇਣਾ ਵੀ ਮੈਂ ਨਿਰਉੱਤਰ ਹਾਂ, ਤੂੰ ਵੱਡਾ ਵਿਦਵਾਨ ਹੈ, ਮੈਂ ਹਾਰ ਗਿਆ। ਉਸਨੇ ਪਹਿਲਾ ਪ੍ਰਸ਼ਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਹ ਕੀਤਾ ਵੀ ਤੁਸੀਂ ਆਪਣੇ ਤਨ ਦੇ ਉੱਤੇ ਇਹ ਜਿਹੜਾ ਚਮੜੇ ਦਾ ਵਸਤਰ ਕਿਉਂ ਪਹਿਨਿਆ? ਹਜ਼ੂਰ ਨੇ ਆਖਿਆ ਇਹਦੇ ਉੱਤੇ ਤੈਨੂੰ ਕੀ ਸ਼ੰਕਾ ਹੈ? ਕਹਿਣ ਲੱਗਿਆ ਸ਼ਾਸਤਰਾਂ ਦੇ ਵਿਰੁੱਧ ਹੈ। ਮਹਾਰਾਜ ਨੇ ਆਖਿਆ ਜਿਨ੍ਹਾਂ ਨੇ ਸ਼ਾਸਤਰ ਨਹੀਂ ਪੜ੍ਹੇ, ਜਿਨ੍ਹਾਂ ਨੂੰ ਸ਼ਾਸਤਰਾਂ ਦੇ ਲਿਖੇ ਵਿਧੀ ਵਿਧਾਨਾਂ ਦਾ ਗਿਆਨ ਨਹੀਂ, ਜਿਨ੍ਹਾਂ ਨੂੰ ਜਾਣਕਾਰੀ ਨਹੀਂ ਵੀ ਸ਼ਾਸਤਰ ਨਾਮ ਦੀ ਵੀ ਕੋਈ ਪੁਸਤਕ ਹੈ ਜਾਂ ਸ਼ਾਸਤਰ ਵਿੱਚ ਵੀ ਕੁਝ ਲਿਖਿਆ ਹੈ, ਤੇ ਜੇ ਲਿਖਿਆ ਤੇ ਕੀ ਲਿਖਿਆ ਹੈ ਕੱਖ ਵੀ ਨਹੀਂ ਪਤਾ, ਕੀ ਉਹ ਪਰਮੇਸ਼ਰ ਦੀ ਖੁਸ਼ੀ ਹਾਸਲ ਨਹੀਂ ਕਰ ਸਕਣਗੇ? ਕੀ ਕੇਵਲ ਸ਼ਾਸਤਰ ਹੀ ਕੋਈ ਇੱਕ ਰਾਹ ਹੈ ਸੰਸਾਰ ਦਾ ਪਰਮੇਸ਼ਰ ਤੱਕ ਪਹੁੰਚਣ ਦਾ? ਇਹ ਬੜੀ ਅਹਿਮ ਗੱਲ ਸੀ। ਇਹ ਸਾਰੇ ਸੰਸਾਰ ਦੇ ਕੱਟੜਵਾਦੀ ਮਜ਼ਹਬੀ ਲੋਕਾਂ ਨੂੰ ਸੁਰਤ ਵਿੱਚ ਟਿਕਾ ਲੈਣਾ ਚਾਹੀਦਾ ਹੈ ਜਵਾਬ। ਜਿਹਨੂੰ ਤਾਂ ਸਮਝ ਆ ਉਹਨੂੰ ਤਾਂ ਤੁਸੀਂ ਕਹਿ ਸਕਦੇ ਹੋ ਵੀ ਤੈਨੂੰ ਪਤਾ ਹੈ, ਤੂੰ ਫਿਰ ਵੀ ਨਹੀਂ ਕਮਾਈ, ਕਿੱਡਾ ਤੂੰ ਖੋਖਲਾ ਬਣ। ਜਿਹਨੂੰ ਪਤਾ ਹੀ ਨਹੀਂ ਕੱਖ, ਉਹਨੂੰ ਤੁਸੀਂ ਕੇਵਲ ਜਾਣਕਾਰੀ ਦੇ ਤਲ ਤੇ ਰਿਜੈਕਟ ਕਰ ਦਿਓ ਕਿ ਉਹਦੀ ਕਰਨੀ ਨੂੰ ਉੱਤਮ ਮੰਨੋਗੇ। ਗੁਰਬਾਣੀ ਨੇ ਇਸੇ ਕਰਕੇ ਕਰਨੀ ਨੂੰ ਉੱਤਮ ਮੰਨਿਆ, ਕਰਨੀ ਨੂੰ ਪ੍ਰਧਾਨ ਮੰਨਿਆ। ਜਿਹਦਾ ਕਰਮ ਉੱਚਾ ਹੈ ਉਹ ਇਨਸਾਨ ਉੱਚਾ ਹੈ, ਜਿਹਦਾ ਕਰਮ ਉੱਚਾ ਹੈ ਉਹ ਧਰਮੀ ਹੈ, ਉਹ ਸਚਿਆਰਾ ਹੈ। ਜਿਸ ਦੀ ਕਰਨੀ ਉੱਚੀ ਨਹੀਂ, ਜਿਹਦਾ ਕਰਮ ਉੱਚਾ ਨਹੀਂ, ਉਹ ਦਾਅਵੇ ਲੱਖ ਕਰੇ, ਭੇਖ ਲੱਖ ਵਿਖਾਵੇ ਕਰੇ, ਜਾਣਕਾਰੀਆਂ ਇਕੱਠੀਆਂ ਕਰ ਲੈ ਸਾਰੇ ਧਰਮ ਗ੍ਰੰਥਾਂ ਦੀਆਂ, ਕੀ ਫਰਕ ਪੈਂਦਾ? ਕੋਈ ਪੱਥਰ ਦੀ ਬੇੜੀ ਬਣਾ ਕੇ ਉਹਦੇ ਵਿੱਚ ਸਵਾਰ ਹੋ ਕੇ ਕਿਸੇ ਦਰਿਆ ਨੂੰ ਤਰਨਾ ਚਾਹੇ, ਉਹਨੂੰ ਕੋਈ ਸਿਆਣਾ ਥੋੜੀ ਆਖੇਗਾ। ਹੁਣ ਅਗਲਾ ਆਖੇ ਵੀ ਮੈਂ ਸਭ ਤੋਂ ਮਜ਼ਬੂਤ ਬੇੜੀ ਬਣਾਈ, ਤੇ ਬੇੜੀ ਬਣਾ ਲਵੇ ਪੱਥਰ ਦੀ। ਕੀ ਪੱਥਰ ਦੀ ਬੇੜੀ ਵਿੱਚ ਬਹਿ ਕੇ ਕਿਸੇ ਨੂੰ ਕੋਈ ਤਰਦਾ ਵੇਖਿਆ? ਲੱਕੜ ਦੀ ਬਣਾਈ ਜਾ ਸਕਦੀ ਹੈ ਖੂਬਸੂਰਤ, ਲੋਹੇ ਦੀ ਘੜੀ ਜਾ ਸਕਦੀ ਹੈ। ਲੋਹੇ ਤੇ ਲੱਕੜ ਜਾਂ ਹੋਰ ਕਿਸੇ ਧਾਤੂ ਦੇ ਸੁਮੇਲ ਤੋਂ ਬਣੀ ਹੋਈ ਬੇੜੀ ਤੇ ਜਹਾਜ਼ ਪਾਣੀ ਤੇ ਤੈਰਦੇ ਨੇ, ਪਰ ਕੋਈ ਪੱਥਰ ਦੀ ਬੇੜੀ ਬਣਾ ਕੇ, ਨਿਰੋਲ ਪੱਥਰ ਦੀ, ਤੇ ਉਹਦੇ ਵਿੱਚ ਸਵਾਰ ਹੋ ਜਾਏ ਤੇ ਆਖੇ ਵੀ ਮੈਂ ਮਜ਼ਬੂਤ ਬੇੜੀ ਬਣਾਈ ਹੈ, ਇਹ ਮੈਨੂੰ ਪਾਰ ਕਰੇਗੀ। ਉਹਦੀ ਮਿਹਨਤ ਨੂੰ ਤੁਸੀਂ ਸਿਆਣਪ ਆਖੋਗੇ ਕਿ ਮੂਰਖਤਾਈ? ਕੀ ਬੇੜੀ ਦਾ ਸੁਹੱਪਣ ਉਹਨੂੰ ਪਾਰ ਲਾ ਸਕਦਾ ਹੈ, ਜਾਂ ਉਹਨੂੰ ਧਾਤੂ ਦੀ ਪਰਖ ਵੀ ਹੋਣੀ ਚਾਹੀਦੀ ਹੈ? ਲਿਬਾਸ ਦੀ ਖੂਬਸੂਰਤੀ ਮਨੁੱਖ ਨੂੰ ਪਾਰ ਨਹੀਂ ਕਰ ਸਕਦੀ। ਜੇ ਉਸਨੇ ਮੰਦੇ ਕਰਮਾਂ ਦੀ ਬੇੜੀ ਤਿਆਰ ਕਰਕੇ ਉਹਦੇ ਵਿੱਚ ਸਵਾਰੀ ਕੀਤੀ ਹੋਈ ਹੈ ਤੇ ਉਹ ਪਾਰ ਨਹੀਂ ਲੰਘ ਸਕਦਾ, ਉਹਦੇ ਵਿਖਾਵੇ ਜਿੰਨੇ ਮਰਜ਼ੀ ਵਧੀਆ ਹੋਣ। ਗਰੀਬ ਨਵਾਜ ਧੰਨ ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਉਸ ਨਾਲ ਸੰਵਾਦ ਕੀਤਾ, ਤੇ ਸਤਿਗੁਰੂ ਮਹਾਰਾਜ ਨੇ ਕੋਈ ਸ਼ਲੋਕਾਂ ਦੇ ਅਰਥਾਂ ਤੇ ਬਹਿਸ ਨਹੀਂ ਸੀ ਕਰਨੀ। ਵੇਖੋ, ਕਿਸੇ ਬਚਨ ਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਲਾਗੂ ਹੋਣਾ ਉਹਦਾ ਕੁਝ ਹੋਰ ਹੁੰਦਾ। ਮੈਂ ਕਈ ਵਾਰ ਉਦਾਹਰਣ ਦਿੱਤੀ ਹੈ ਵੀ ਜਦੋਂ ਜਿਹੜੇ ਹਕੀਮ ਨੇ ਨਾ, ਵੈਦ, ਉਹ ਜਦੋਂ ਤੁਹਾਨੂੰ ਕੋਈ ਦਵਾਈ ਦਿੰਦੇ ਨੇ ਤੇ ਸਭ ਤੋਂ ਪਹਿਲਾਂ ਤੁਹਾਡੀ ਤਸੀਰ ਪੁੱਛਦੇ ਨੇ, ਤੁਹਾਡੇ ਸਰੀਰ ਦੀ ਤਸੀਰ ਕੀ ਹੈ? ਕਿਸੇ ਦੀ ਗਰਮ ਤਾਰ ਹੈ, ਕਿਸੇ ਦੀ ਗਰਮ ਸਰਦ ਹੈ, ਕਿਸੇ ਦੀ ਖੁਸ਼ਕ ਤਾਰ ਹੈ, ਕਿਸੇ ਦੀ ਖੁਸ਼ਕ ਸਰਦ ਹੈ, ਵੱਖਰੀ ਵੱਖਰੀ ਸਰੀਰ ਦੀ। ਇਹਨੂੰ ਕਿਹੜੀ ਦਵਾਈ ਸੂਟ ਕਰੇਗੀ? ਜਿਸ ਨੂੰ ਤੁਹਾਡੇ ਸਰੀਰ ਦੀ ਤਸੀਰ ਦਾ ਗਿਆਨ ਨਹੀਂ ਨਾ, ਤੇ ਉਹ ਦਵਾਈ ਧੱਕੇ ਨਾਲ ਤੁਹਾਡੇ ਥੋਪਦਾ ਹੈ। ਹੋ ਸਕਦਾ ਜਿਹੜੀ ਚੀਜ਼ ਨੂੰ ਤੁਹਾਡਾ ਸਰੀਰ ਅਸੈਪਟ ਨਾ ਕਰੇ, ਉਹ ਦਵਾਈ ਖਾਣ ਤੋਂ ਬਾਅਦ
ਰੋਗ ਘਟਣ ਦੀ ਬਜਾਏ ਤੁਸੀਂ ਉਲਟਾ ਵਧੇਰੇ ਰੋਗੀ ਹੋ ਜਾਓ। ਸਰੀਰ ਦੀ ਨੇਚਰ ਸਮਝੇ ਬਿਨਾ ਕਈ ਵਾਰ ਇਸ ਤਰ੍ਹਾਂ ਹੀ ਹੁੰਦਾ ਹੈ ਨਾ, ਆਪਾਂ ਨੂੰ ਕੋਈ ਚੀਜ਼ ਕਿਸੇ ਨੂੰ ਖਾਣੀ ਸੂਟ ਕਰਦੀ ਹੈ, ਕਿਸੇ ਨੂੰ ਨਹੀਂ ਕਰਦੀ, ਤੇ ਸਿਆਣਾ ਵੈਦ ਜਿਹੜਾ ਫਿਰ ਉਹਦੇ ਸਰੀਰ ਦੀ ਨੇਚਰ ਨੂੰ, ਸਰੀਰ ਦੇ ਸੁਭਾਅ ਨੂੰ ਸਮਝਣ ਤੋਂ ਬਾਅਦ, ਉਹਦੇ ਰੋਗ ਨੂੰ ਵੇਖਣ ਤੋਂ ਬਾਅਦ ਬੜੀ ਲੰਮੀ ਚੌੜੀ ਉਹਦੀ ਹਿਸਟਰੀ ਜਾਣਦਾ ਤੇ ਫਿਰ ਉਹਨੂੰ ਡੋਜ਼ ਦਿੰਦਾ, ਦਵਾਈ ਦਿੰਦਾ, ਤੇ ਕਈ ਵਾਰ ਉਹ ਬੜੀ ਇਫੈਕਟਿਵ ਹੁੰਦੀ, ਬੜੀ ਪ੍ਰਭਾਵਸ਼ਾਲੀ ਹੁੰਦੀ, ਰੋਗ ਕੱਟ ਦਿੰਦੀ। ਹੋ ਸਕਦਾ ਹੈ ਮੇਰੀ ਜ਼ਿੰਦਗੀ ਦੇ ਵਿੱਚ ਰੋਗ ਕਿਸੇ ਹੋਰ ਤਰੀਕੇ ਨਾਲ ਪਸਰਿਆ ਹੋਵੇ, ਤੁਹਾਡੇ ਕੁਝ ਹੋਰ ਤਰ੍ਹਾਂ ਪਸਰਿਆ ਹੋਵੇ। ਉਸ ਸ਼ਬਦ ਦੇ ਮਾਇਨੇ ਮੈਨੂੰ ਹੋਰ ਤਰੀਕੇ ਨਾਲ ਸਮਝ ਆ ਕੇ ਮੇਰੇ ਜੀਵਨ ਨੂੰ ਬਦਲ ਦੇਣ, ਤੇ ਤੁਹਾਨੂੰ ਹੋਰ ਸ਼ਬਦਾਂ ਵਿੱਚ ਸਮਝ ਆ ਕੇ ਬਦਲ ਦੇਣ। ਇਹ ਤਾਂ ਕੋਈ ਕਲੇਸ਼ ਦਾ ਮਸਲਾ ਨਾ ਹੋਇਆ। ਪਰ ਤੁਸੀਂ ਵੇਖੋਗੇ ਧਾਰਮਿਕ ਸੰਵਾਦ ਬਹੁਤੇ ਇਹਨਾਂ ਗੱਲਾਂ ਦੇ ਉੱਤੇ ਹੀ ਟਿਕ ਜਾਂਦੇ। ਗੱਲ ਤਾਂ ਇਹ ਹੈ ਵੀ ਉਹਦੇ ਵਿੱਚੋਂ ਜਿਹੜਾ ਤੁਸੀਂ ਪ੍ਰਭਾਵ ਗ੍ਰਹਿਣ ਕਰਨਾ, ਜਿਹੜਾ ਨਿਚੋੜ ਗ੍ਰਹਿਣ ਕਰਨਾ, ਜੇ ਉਹਨੇ ਜੀਵਨ ਤੇ ਇਫੈਕਟ ਪਾ ਲਿਆ ਤੇ ਸਮਝੋ ਤੁਸੀਂ ਸਹੀ ਅਰਥ ਤੇ ਹੋ, ਤੁਸੀਂ ਸਹੀ ਅਰਥ ਜਾਣ ਗਏ। ਨਹੀਂ ਤਾਂ ਕੇਵਲ ਕੋਸ਼ਾਂ ਦੇ ਕੀਤੇ ਅਰਥ ਕੀ ਕਰਨਗੇ ਜੇ ਜੀਵਨ 'ਚ ਉਹਦਾ ਪ੍ਰਭਾਵ ਕੋਈ ਨਹੀਂ। ਮੰਨ ਲਓ ਕਿਸੇ ਨੇ ਕਿੰਨੇ ਵੀ ਸਹੀ ਅਰਥ ਕਰ ਦਿੱਤੇ ਹੋਣ, ਬੜੀ ਵਿਦਵਤਾ ਭਰਪੂਰ ਕੀਤੇ ਹੋਣ, ਪਰ ਜੇ ਉਹਨਾਂ ਦਾ ਜੀਵਨ ਦੇ ਉੱਤੇ ਕੋਈ ਇਫੈਕਟ ਨਹੀਂ ਪੈਂਦਾ, ਪ੍ਰਭਾਵ ਨਹੀਂ ਪੈਂਦਾ, ਜਾਂ ਉਹ ਜੀਵਨ ਦੀ ਰੋਜ਼ਮਰਾ ਦੀ ਜ਼ਿੰਦਗੀ ਨਾਲ ਖਹਿ ਕੇ ਨਹੀਂ ਗੁਜ਼ਰਦੇ, ਤਾਂ ਉਹ ਕੇਵਲ ਕਿਸੇ ਸਟੀਕ ਦੇ, ਕਿਤਾਬ ਦੇ ਪੰਨੇ ਦੇ ਉੱਤੇ ਟਿਕੇ ਰਹਿਣ। ਤਾਂ ਇਹ ਤਾਂ ਉਵੇਂ ਦੀ ਖੇਡ ਹੋਈ ਵੀ ਜਿਵੇਂ ਕੋਈ ਕਿਸਾਨ ਨਾ ਯੂਨੀਵਰਸਿਟੀ 'ਚੋਂ ਬੜਾ ਸੁਧਰਿਆ ਬੀ ਲੈ ਕੇ ਆਵੇ, ਬੜਾ ਮਹਿੰਗਾ, ਤੂੰ ਲਿਆ ਕੇ ਉਹਦੀ ਪੈਕਿੰਗ ਹੀ ਨਾ ਖੋਲੇ ਤੇ ਉਹਨੂੰ ਘਰ ਰੱਖ ਛੱਡੇ, ਤੇ ਆਂਢ ਗੁਆਂਢ ਸਾਰੇ ਗੁਆਂਢੀਆਂ ਨੂੰ, ਸਾਰੇ ਪਿੰਡ 'ਚ ਰੌਲਾ ਪਾਉਂਦਾ ਫਿਰੇ, ਮੈਂ ਸਭ ਤੋਂ ਮਹਿੰਗਾ ਬੀਜ ਲਿਆਇਆ। ਔਰ ਜਿਹੜੇ ਖੇਤੀ ਵਿਗਿਆਨੀ ਨੇ, ਮਾਹਰ ਡਾਕਟਰ ਨੇ, ਉਹਨਾਂ ਨੇ ਕਿਹਾ ਵੀ ਇਹਦਾ ਝਾੜ ਸਭ ਤੋਂ ਵੱਧ ਨਿਕਲੇ। ਲੋਕਾਂ ਦੀਆਂ ਫਸਲਾਂ ਉੱਗ ਵੀ ਜਾਣ ਤੇ ਪੱਕ ਵੀ ਜਾਣ, ਤੇ ਉਹਦਾ ਬੀ ਅਜੇ ਪੈਕਿੰਗ 'ਚ ਹੀ ਪਿਆ ਹੋਵੇ। ਉਹਦੀਆਂ ਗੱਲਾਂ ਦਾ ਕੀ ਅਰਥ ਨਿਕਲਦਾ? ਉਹ ਮਾਇਨਾ ਨਿਕਲਦਾ। ਉਹਨੂੰ ਪਿੰਡ ਦੇ ਲੋਕ ਆਖਣਗੇ, ਭਲਿਆ ਮਾਨਸਾ, ਇੰਨਾ ਰੌਲਾ ਪਾਉਣ ਦੀ ਬਜਾਏ ਤੂੰ ਬੀਜ ਦੋ, ਜਦੋਂ ਝਾੜ ਪੂਰਾ ਨਿਕਲਦਾ ਤੇ ਆਪੇ ਹੀ ਸਾਰੇ ਪਿੰਡ ਨੂੰ ਪਤਾ ਲੱਗ ਜਾਣਾ ਸੀ ਵੀ ਇਹਦੀ ਫਸਲ ਦਾ ਪਰ ਏਕੜ ਇੰਨਾ ਝਾੜ ਨਿਕਲਿਆ, ਤੇ ਅਗਲੀ ਵਾਰ ਤੈਨੂੰ ਕਹਿਣ ਦੀ ਲੋੜ ਨਹੀਂ ਸੀ ਪੈਣੀ। ਫਾਇਦਾ ਕਿਹਨੂੰ ਚੰਗਾ ਨਹੀਂ ਲੱਗਦਾ? ਹਰ ਬੰਦੇ ਨੇ ਤੈਨੂੰ ਪੁੱਛਣ ਆਉਣਾ ਸੀ ਤੂੰ ਕਿੱਥੋਂ ਲਿਆਂਦਾ। ਤੂੰ ਸਾਨੂੰ ਸਾਰਾ ਸਾਲ ਪੜ੍ਹਾਉਂਦਾ ਰਿਹਾ, ਐਵੇਂ ਕੱਲੇ ਕੱਲੇ ਨੂੰ ਬਾਹੋਂ ਫੜ ਕੇ ਦੱਸਦਾ ਰਿਹਾ ਵੀ ਇਸ ਫਸਲ ਦਾ ਝਾੜ ਬੜਾ, ਇਸ ਬੀ ਬੜਾ ਵਧੀਆ, ਫਲਾਣੇ ਡਾਕਟਰ ਨੇ ਇਹਦੇ ਬਾਰੇ ਆ ਕਿਹਾ, ਫਲਾਣੇ ਟਮਕਾਣੇ ਮਾਹਰ ਨੇ ਆ ਕਿਹਾ। ਰੁੱਤ ਤੇਰੀ ਲੰਘ ਗਈ, ਵੱਤਰ ਤੇਰਾ ਗੁਜ਼ਰ ਗਿਆ, ਫਸਲ ਤੂੰ ਬੀਜੀ ਨਹੀਂ, ਤੂੰ ਤਾਂ ਬੀ ਦੀ ਪੈਕਿੰਗ ਵੀ ਨਹੀਂ ਖੋਲੀ। ਇਹ ਤੇਰੀ ਸਿਆਣਪ ਦਾ ਸਬੂਤ ਨਹੀਂ। ਬਸ ਇੰਨਾ ਕੁ ਫਰਕ ਹੈ। ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੇ ਉਹਦੇ ਉੱਤੇ ਕਿਸੇ ਸ਼ਲੋਕ ਦੇ ਅਰਥਾਂ ਤੇ ਜ਼ਿਰਾ ਨਹੀਂ ਕੀਤੀ, ਉਹਨਾਂ ਮੂਲ ਮੁੱਦੇ ਤੇ ਜ਼ਿਰਾ ਕੀਤੀ, ਸੰਵਾਦ ਕੀਤਾ, ਤੇ ਸਤਿਗੁਰੂ ਮਹਾਰਾਜ ਨੇ ਉਹਨੂੰ ਰਾਹੇ ਪਾਉਂਦਿਆਂ ਹੋਇਆਂ ਜੋ ਉਪਦੇਸ਼ ਦਿੱਤਾ, ਉਹਦੀ ਉਥਾਨਕਾ ਵਿੱਚ ਇਹ ਸਾਖੀ ਜਨਮ ਸਾਖੀਆਂ ਵਿੱਚ ਅੰਕਿਤ ਹੈ। ਤੇ ਉਹ ਸ਼ਲੋਕ ਹੈ, ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਆਂ ਖਾਤ, ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਆਂ ਜੇਤੀ ਆਰਜਾ, ਪੜੀਆਂ ਜੇਤੇ ਸਾਸ। ਓੜਕ ਨੂੰ ਅਖੀਰ ਤੇ ਮਹਾਰਾਜ ਨੇ ਕੀ ਫਰਮਾਇਆ? ਨਾਨਕ ਲੇਖ ਹੈ ਇੱਕ ਗੱਲ। ਲੇਖੇ ਦਾ ਮਤਲਬ ਹੁੰਦਾ ਖਾਤਾ। ਤੁਹਾਡੇ ਖਾਤੇ ਵਿੱਚ, ਤੁਹਾਡੇ ਅਕਾਊਂਟ ਵਿੱਚ, ਤੁਹਾਡੇ ਹਿੱਸੇ ਵਿੱਚ ਜੋ ਤੁਸੀਂ ਕਮਾ ਲਿਆ ਉਹ ਤੁਹਾਡਾ ਹੈ, ਜੋ ਨਹੀਂ ਕਮਾਇਆ ਉਹ ਤੁਹਾਡਾ ਨਹੀਂ, ਭਾਵੇਂ ਉਹ ਕਿਸੇ ਨੇ ਵੀ ਕਿਹਾ ਹੋਵੇ। ਨਾਨਕ ਲੇਖਾ ਇੱਕ ਗੱਲ ਹੋਰ, ਹਉਮੈ ਝਖਣਾ ਝਾਕ। ਬਾਕੀ ਹਉਮੈ ਦੀਆਂ ਝੱਖਾਂ ਨੇ ਵੀ ਮੈਂ ਇਹ ਜਾਣਦਾ, ਮੈਂ ਇਹ ਕੀਤਾ, ਮੈਂ ਇਹ ਕਰ ਸਕਦਾ, ਉਹ ਬਾਕੀ ਸਾਰਾ ਕਈ ਵਾਰ ਹਉਮੈ ਦੀ ਭੇਟਾ ਚੜ ਜਾਂਦਾ। ਤੀਰਥ ਬ੍ਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਵੀ ਮੈਂ ਇੰਨੇ ਧਰਮ ਸਥਾਨਾਂ ਤੇ ਗਿਆ, ਖੌਰੇ ਮੈਂ ਉੱਚਾ ਹੋ ਗਿਆ ਇੰਨੀ ਗੱਲ ਨਾਲ ਹੀ। ਠੀਕ ਹੈ, ਤੂੰ ਯਤਨ ਕੀਤਾ, ਤੂੰ ਗਿਆ ਹੋਏਗਾ, ਪਰ ਤੂੰ ਜਿਹੋ ਜਿਹਾ ਗਿਆ ਉਦੋਂ ਵੀ ਜ਼ਿਆਦਾ ਹਉਮੈ ਦੀ ਪੰਡ ਚੁੱਕ ਕੇ ਘਰ ਆ ਵੜਿਆ। ਪਹਿਲੋਂ ਤੂੰ ਘਰ ਦੇ ਜੀਆਂ ਨੂੰ ਨਹੀਂ ਸੀ ਟਿਕਣ ਦਿੰਦਾ, ਹੁਣ ਤੂੰ ਸਾਰੇ ਮੁਹੱਲੇ ਨੂੰ ਨਹੀਂ ਟਿਕਣ ਦਿੰਦਾ ਵੀ ਮੈਂ ਬਹੁਤ ਵੱਡਾ ਯਾਤਰੂ ਹਾਂ, ਸਾਰੇ ਧਰਮ ਸਥਾਨ ਵੇ ਵੇਖੇ ਨੇ। ਕੀ ਲਾਭ ਹੋਇਆ? ਇਹ ਤਾਂ ਹੋਰ ਪਰੇਸ਼ਾਨੀ ਵੱਧ ਗਈ। ਪਹਿਲਾਂ ਤੂੰ ਕੁਝ ਨਹੀਂ ਸਾਂ ਜਾਣਦਾ ਤਾਂ ਤੈਨੂੰ ਹੋਰ ਕਿਸਮ ਦੀ ਹਉਮੈ ਸੀ,
ਹੁਣ ਤੂੰ ਕੁਝ ਧਰਮ ਗ੍ਰੰਥ ਪੜ੍ਹ ਲੈ, ਸੁਣ ਲੈ, ਤੈਨੂੰ ਹੁਣ ਹੋਰ ਕਿਸਮ ਦੀ ਹਉਮੈ ਹੈ, ਫਰਕ ਕੀ ਪਿਆ? ਲਾਭ ਕੀ ਹੋਇਆ? ਇਹ ਤਾਂ ਇੱਕ ਹੋਰ ਚੀਜ਼ ਐਡ ਹੋ ਗਈ। ਪਹਿਲਾਂ ਤੂੰ ਕੇਵਲ ਆਪਣੇ ਘਰਦਿਆਂ ਨੂੰ ਹੀ ਇਸ ਗੱਲ ਦਾ ਰੋਹ ਪਾਉਂਦਾ ਸੀ, ਮੇਰੀ ਕਮਾਈ ਤੇ ਤੁਸੀਂ ਪਲਦੇ ਹੋ, ਮੈਂ ਤੁਹਾਡੇ ਲਈ ਆਹ ਕੀਤਾ। ਅਸੀਂ ਕਹਿ ਦਿੰਦੇ ਇੱਕ ਦੂਜੇ ਨੂੰ, ਬੱਚਿਆਂ ਨੂੰ ਕਹਿ ਦਿੰਦੇ, ਘਰ ਵਾਲੀ ਨੂੰ ਕਹਿ ਦਿੰਦੇ, ਮਾਂ ਪਿਓ ਨੂੰ ਕਹਿ ਦਿੰਦੇ, ਮਾਂ ਪਿਓ ਸਾਨੂੰ ਕਹਿ ਦਿੰਦੇ। ਸਾਡੇ ਸੁਭਾਅ 'ਚ ਹੁੰਦੀ ਹੈ ਨਾ, ਕਾਹਲ ਹੁੰਦੀ ਹੈ। ਤੇ ਜਦੋਂ ਕਾਹਲ ਆ ਜਾਏ, ਉਦੋਂ ਫਿਰ ਬੰਦਾ ਆਪਣੀਆਂ ਪ੍ਰਾਪਤੀਆਂ ਗਿਣਾਉਣੀਆਂ ਸ਼ੁਰੂ ਕਰਦਾ, ਮੈਂ ਆਹ ਕੀਤਾ ਤੁਹਾਡੇ ਲਈ। ਜੇ ਬੰਦਾ ਮਾੜੀ ਮੋਟੀ ਗੁਰਦੁਆਰੇ ਸੇਵਾ ਕਰ ਲੈ ਤਾਂ ਉੱਥੇ ਸੰਗਤ ਨੂੰ ਟਿਕਣ ਨਹੀਂ ਦਿੰਦਾ, ਮੈਂ ਕੀਤਾ ਮੈਂ ਕੀਤਾ। ਅੱਗੇ ਇਕੱਲਾ ਪਰਿਵਾਰ ਦੁਖੀ ਸੀ, ਹੁਣ ਸਾਰੀ ਸੰਗਤ ਦੁਖੀ ਹੈ, ਹੁਣ ਸਾਰਾ ਇਲਾਕਾ ਦੁਖੀ ਹੈ। ਫਿਰ ਜਿਹੜਾ ਖੂੰਜਾ ਲੱਭਦਾ ਉੱਥੇ ਆਪਣੇ ਨਾਂ ਲਿਖਾਉਂਦਾ, ਮੇਰਾ ਨਾਂ ਲਿਖ ਦਿਓ ਜੀ, ਮੈਂ ਆਹ ਕੀਤਾ। ਹੁਣ ਜ਼ਰਾ ਸੋਚ ਕੇ ਵੇਖੋ, ਜੇ ਤਾਂ ਮਨੁੱਖ ਦੀ ਸੁਰਤ ਸੇਵਾ ਦੀ ਰੰਗਤ ਵਿੱਚ ਹੋਵੇ, ਧਿਆਨ ਰੱਖਣਾ, ਸੁਰਤ ਸੇਵਾ ਦੀ ਰੰਗਤ ਵਿੱਚ ਹੋਵੇ ਤੇ ਸੇਵਾ ਚੋਂ ਆਨੰਦ ਲੈ ਰਿਹਾ ਹੋਵੇ ਮਨੁੱਖ, ਫਿਰ ਉਹਨੂੰ ਨਹੀਂ ਸੋਚਦਾ ਵੀ ਮੈਨੂੰ ਕੌਣ ਵੇਂਦਾ, ਫਿਰ ਉਹਨੂੰ ਨਹੀਂ ਸੋਚਦਾ ਮੈਂ ਕਿਸੇ ਨੂੰ ਦੱਸਾਂ ਵੀ ਮੈਂ ਇੰਨਾ ਕੀਤਾ ਹੈ, ਮੈਂ ਇੰਨਾ ਅੱਜ ਤੱਕ ਕਮਾਇਆ। ਨਹੀਂ, ਕੀਤਾ ਤੇ ਕੀਤਾ, ਮੈਂ ਆਪਣੀ ਆਤਮਿਕ ਤ੍ਰਿਪਤੀ ਲਈ ਕੀਤਾ, ਮੈਂ ਆਪਣੇ ਗੁਰੂ ਦੀ ਖੁਸ਼ੀ ਲਈ ਕੀਤਾ ਹੈ। ਮੈਂ ਜਦੋਂ ਸੇਵਾ ਕਰਨ ਤੁਰਿਆ ਤਾਂ ਮੇਰਾ ਮੁੱਖ ਗੁਰੂ ਵੱਲ ਸੀ, ਮੈਂ ਸਤਿਗੁਰੂ ਦੀ ਮੁਹੱਬਤ ਵਿੱਚ ਕੰਮ ਕਰਨ ਤੁਰਿਆ ਸਾਂ, ਨਾ ਕਿ ਲੋਕਾਂ ਦੀ ਮੁਹੱਬਤ 'ਚ। ਜਦੋਂ ਮੈਂ ਪਾਠ ਕਰਨ ਲੱਗਿਆ ਸਾਂ ਤੇ ਮੇਰੇ ਅੰਦਰ ਜੇ ਇਹ ਖਿਆਲ ਹੈ ਨਾ ਵੀ ਦੁਨੀਆ ਵੇਖੇ ਤੇ ਮੈਂ ਸੰਸਾਰ ਨੂੰ ਦੱਸਾਂ ਮੈਂ ਇੰਨਾ ਕਰ ਲਿਆ, ਮਤ ਕਰੋ, ਇਹਦਾ ਕੋਈ ਲਾਭ ਨਹੀਂ ਜੇ ਹੋਣਾ, ਸਿਵਾਏ ਦੂਜਿਆਂ ਨੂੰ ਪਰੇਸ਼ਾਨੀ ਦੇਣ ਤੋਂ ਇਹਦਾ ਕੀ ਪ੍ਰਾਪਤੀ ਹੈ। ਹਾਂ, ਜਿਸ ਵੇਲੇ ਮੈਂ ਬਾਣੀ ਦੀ ਪੰਕਤੀ ਨੂੰ ਪੜ੍ਹਦਾ ਤੇ ਮੈਂ ਇਹ ਸੋਚਾਂ ਵੀ ਮੈਂ ਆਪਣੇ ਸਤਿਗੁਰੂ ਨਾਲ ਗੱਲ ਕਰਨ ਜਾ ਰਿਹਾ, ਇਹ ਮੇਰੀ ਤੇ ਮੇਰੇ ਗੁਰੂ ਦੀ ਆਪਸੀ ਅੰਡਰਸਟੈਂਡਿੰਗ ਹੈ, ਇਹ ਮੇਰਾ ਤੇ ਮੇਰੇ ਗੁਰੂ ਦਾ ਰਿਲੇਸ਼ਨ ਹੈ, ਮੇਰਾ ਤੇ ਮੇਰੇ ਗੁਰੂ ਦਾ ਸੰਬੰਧ ਹੈ। ਤੁਹਾਡੀ ਇੱਕ ਇੱਕ ਪੰਕਤੀ ਜਿਹੜੀ ਹੈ ਉਹ ਤੁਹਾਡੀ ਆਤਮਾ ਨੂੰ ਨਿਖਾਰ ਬਖਸ਼ੇਗੀ, ਸੁਰਤ ਨੂੰ ਖੇੜਾ ਬਖਸ਼ੇਗੀ। ਤੇ ਜੇ ਮੈਂ ਦੂਜਿਆਂ ਨੂੰ ਜਤਾਉਂਦੇ ਰਹਿਣ ਮੈਂ ਇੰਨਾ ਕੀਤਾ ਇੰਨਾ ਕੀਤਾ, ਕਾਹਦੇ ਲਈ ਕੀਤਾ? ਦੂਜੇ ਨੂੰ ਪਰੇਸ਼ਾਨ ਕਰਨ ਲਈ, ਨੀਵਾਂ ਵਿਖਾਉਣ ਲਈ? ਨਹੀਂ। ਭਾਵ ਇਹ ਹੈ ਵੀ ਸਤਿਗੁਰੂ ਨੇ ਬਾਣੀ ਦੇ ਵਿੱਚ ਆਖਿਆ ਵੀ ਤੁਹਾਡੇ ਅੰਦਰ ਉਹ ਗੁਣ ਉਪਜਣੇ ਬਹੁਤ ਜ਼ਰੂਰੀ ਨੇ। ਕੋਈ ਵੀ ਨੇਕ ਕੰਮ ਕਰਦੇ ਆ, ਤੁਸੀਂ ਸੇਵਾ ਕਰਦੇ ਹੋ, ਵੱਡੇ ਭਾਗਾਂ ਦੀ ਗੱਲ ਹੈ, ਬਾਣੀ ਪੜ੍ਹਦੇ ਹੋ, ਵੱਡੇ ਭਾਗਾਂ ਦੀ ਗੱਲ ਹੈ, ਹੱਥੋਂ ਕੁਝ ਦਿੰਦੇ ਹੋ ਕਿਸੇ ਨੂੰ, ਵੱਡੇ ਭਾਗਾਂ ਦੀ ਗੱਲ ਹੈ। ਪਰ ਇਹ ਚੀਜ਼ ਸਾਡੇ ਸੁਭਾਅ ਦਾ ਫਲ ਬਣਨਾ ਚਾਹੀਦਾ, ਇਹ ਸਾਡਾ ਰੋਗ ਨਹੀਂ ਬਣਨੀਆਂ ਚਾਹੀਦੀਆਂ। ਇਹ ਵੀ ਧਿਆਨ, ਧਰਮ ਦੇ ਮਾਰਗ ਦੇ ਉੱਤੇ ਚੱਲਦੇ ਇਹ ਵੀ ਬੜਾ ਸੰਜੀਦਗੀ ਨਾਲ ਧਿਆਨ ਰੱਖਣ ਦੀ, ਕਿਉਂਕਿ ਪਹਿਲੀਆਂ ਸਟੇਜਾਂ ਹੁੰਦੀਆਂ ਨੇ ਜਦੋਂ ਤੁਸੀਂ ਕੋਈ ਐਕਟ ਕਰੋ ਤੇ ਤੁਹਾਡੇ ਅੰਦਰ ਹਉਮੈ ਦਾ ਪ੍ਰਭਾਵ ਵਧਣਾ ਲਾਜ਼ਮੀ ਹੈ, ਕਿਉਂਕਿ ਅੱਜ ਤੱਕ ਅਸੀਂ ਹਉਮੈ ਨੂੰ ਹੀ ਪਾਲਦੇ ਆਏ ਹੁੰਦੇ ਹਾਂ। ਜਿਹੜਾ ਉਸ ਪੜਾਅ ਤੇ ਸੰਭਲ ਗਿਆ ਬਚ ਕੇ ਨਿਕਲ ਗਿਆ, ਜਿਹੜਾ ਨਾ ਸੰਭਲ ਸਕਿਆ ਉਹ ਡਿੱਗ ਪੈਂਦਾ। ਇਸੇ ਲਈ ਤਾਂ ਮਹਾਰਾਜ ਨੇ ਕਿਹਾ ਚਾਲ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ। ਬਹੁਤ ਨਹੀਂ ਬੋਲਣ ਦਾ ਮਤਲਬ ਇਹ ਨਹੀਂ ਵੀ ਕੋਈ ਬੁਲਾਉਂਦਾ ਰਹੇ ਤੇ ਉਹ ਅੱਗੋਂ ਬੋਲਦੇ ਨਹੀਂ। ਬਹੁਤ ਨਹੀਂ ਬੋਲਣ ਦਾ ਮਤਲਬ ਹੈ ਵੀ ਕੋਈ ਫੁਕਰੀਆਂ ਨਹੀਂ ਮਾਰਨੀਆਂ, ਹਉਮੈ ਦੀਆਂ ਗੱਲਾਂ ਨਹੀਂ ਕਰਨੀਆਂ, ਜਤਾਉਣਾ ਨਹੀਂ, ਖੁਦੀ ਨੂੰ ਅੱਗੇ ਨਹੀਂ ਰੱਖਣਾ, ਖੁਦਾ ਨੂੰ ਅੱਗੇ, ਆਪਣਾ ਆਪ ਨਹੀਂ ਜਤਾਉਣਾ, ਆਪਣੇ ਆਪ ਨੂੰ ਤਾਂ ਮਾਈਨਰ ਕਰ ਲੈ, ਇਹ ਹੋ ਗਿਆ। ਮੈਂ ਕਈ ਵਾਰ ਮਹਾਰਾਜ ਦਾ ਇਹ ਬਚਨ ਸਾਂਝਾ ਕਰਦਾ, ਪੰਚਮ ਗੁਰੂਦੇਵ ਜਿਨ੍ਹਾਂ ਦੇ ਜੀਵਨ ਤੋਂ ਵੱਡੀ ਕਮਾਈ ਕਿਹਦੀ ਹੋ ਸਕਦੀ ਹੈ? ਜੀਵਨ ਵੀ ਬਾ ਕਮਾਲ ਹੈ, ਆਖਰੀ ਸਾਹ ਵੀ ਸਤਿਗੁਰਾਂ ਨੇ ਸ਼ਹਾਦਤ ਦੇ ਪੂਰਨੇ ਪਾ ਕੇ ਲਿਆ। ਅਨੇਕ ਦੁੱਖੜੇ ਤਨ ਦੇ ਉੱਤੇ ਸਹਿੰਦਿਆਂ ਹੋਇਆਂ ਜਾਮੇ ਸ਼ਹਾਦਤ ਪੀਤਾ। ਔਰ ਸਾਨੂੰ ਫਖਰ ਹੋਣਾ ਚਾਹੀਦਾ ਹੈ, ਭਾਰਤੀ ਪਰੰਪਰਾ ਵਿੱਚ ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਕੋਈ ਸ਼ਹੀਦ ਹੀ ਨਹੀਂ ਸੀ। ਪਹਿਲੇ ਸ਼ਹੀਦ ਗੁਰੂ ਅਰਜਨ ਸਾਹਿਬ ਮਹਾਰਾਜ, ਇਸ ਲਈ ਉਹਨਾਂ ਨੂੰ ਸ਼ਹੀਦਾਂ ਦੇ ਸਿਰ ਤਾਜ ਕਿਹਾ ਜਾਂਦਾ ਹੈ, ਸ਼੍ਰੋਮਣੀ ਸ਼ਹੀਦ। ਤੇ ਸਤਿਗੁਰੂ ਦੀਆਂ ਇੰਨੀਆਂ ਘਾਲਨਾਵਾਂ, ਇੰਨੀਆਂ ਕਮਾਈਆਂ, ਇੰਨਾ ਆਤਮਿਕ ਗਿਆਨ ਜੋ ਉਹਨਾਂ ਨੇ ਸਾਨੂੰ ਬਾਣੀ ਦੇ ਰੂਪ ਵਿੱਚ, ਬਾਣੀ ਦੀ ਸੰਪਾਦਨਾ ਕੀਤੀ, ਅਖੀਰ ਉੱਤੇ ਆਪਣਾ ਸ਼ਲੋਕ ਦਰਜ ਕੀਤਾ, ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤਾ। ਇੱਥੇ ਜੋਗ ਦਾ ਅਰਥ, ਵੈਸੇ ਜੋਗ ਦਾ ਅਰਥ ਬਾਣੀ 'ਚ ਮਿਲਾਪ ਵੀ ਹੈ, ਇੱਥੇ ਜੋਗ ਦਾ ਅਰਥ ਜਿਹੜਾ ਹੈ ਯੋਗਤਾ ਹੈ। ਤੂੰ ਮੈਨੂੰ ਇਸ ਲਾਇਕ ਬਣਾਇਆ, ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ,
ਆਪੇ ਤਰਸ ਪਇਓ। ਮੈਂ ਤਾਂ ਨਿਰਗੁਣ ਯਾਰਾ, ਮੇਰੇ 'ਚ ਕੋਈ ਗੁਣ ਨਹੀਂ। ਇਹ ਤੇਰਾ ਤਰਸ ਹੈ, ਇਹ ਤੇਰੀ ਬਖਸ਼ਿਸ਼ ਹੈ ਵੀ ਮੇਰੇ ਰਾਹੀਂ ਇਹ ਹੋ ਸਕਿਆ, ਇਹ ਸੰਭਵ ਹੋ ਸਕਿਆ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਸਤਿਗੁਰੂ ਨੇ ਬਚਨ ਐਵੇਂ ਥੋੜਾ ਕਹੇ ਨੇ, ਆਪਸ ਕਹੋ ਜੋ ਜਾਣੈ ਨੀਚਾ ਸੋ ਗਨੀਐ। ਇਹ ਤਜਰਬਾ ਹੈ ਮਹਾਰਾਜ ਦੇ ਜੀਵਨ ਦਾ ਵੀ ਹੋਂ ਵਿੱਚ ਉਛਲਣ ਵਾਲਾ ਬੰਦਾ ਸਦਾ ਹੀ ਨੀਵਿਆਂ ਪਤਨ ਵੱਲ ਜਾਂਦਾ ਤੇ ਨਿਮਰ ਸੁਭਾਅ ਰੱਖਣ ਵਾਲਾ ਹਮੇਸ਼ਾ ਉਚਾਈ ਨੂੰ ਛੂੰਹਦਾ, ਆਤਮਿਕ ਸਿਖਰ ਤੇ ਪਹੁੰਚਦਾ। ਗਰੀਬ ਨਵਾਜ ਮਹਾਰਾਜ ਨੇ, ਧੰਨ ਗੁਰੂ ਨਾਨਕ ਸਾਹਿਬ ਨੇ ਇਹ ਸੁਨੇਹਾ ਦਿੱਤਾ ਵੀ ਜੇ ਤੂੰ ਕੋਈ ਬਚਨ ਸੱਚਾ ਭਲਾ ਬਚਨ ਜੇ ਤੂੰ ਕਮਾਇਆ ਨਹੀਂ ਜੀਵਨ 'ਚ, ਤੇ ਤੂੰ ਕਾਹਦੇ ਲਈ ਪੜ੍ਹਿਆ, ਕਾਹਦੇ ਲਈ ਸੁਣਿਆ? ਇਹ ਕੇਵਲ ਪੜ੍ਹਿਆ ਸੁਣਿਆ ਤੇਰੇ ਜੀਵਨ 'ਚ ਜੇ ਹੰਕਾਰ ਬਣ ਕੇ ਰੋਗ ਹੀ ਵਧਾ ਗਿਆ ਤੇ ਤੈਨੂੰ ਆਪਣਾ ਆਪ ਜ਼ਰੂਰ ਪੜਚੋਲਣਾ ਚਾਹੀਦਾ ਹੈ, ਵਿਚਾਰਨਾ ਚਾਹੀਦਾ। ਭਗਤ ਪਰਮਾਨੰਦ ਜੀ ਬੜੇ ਬਾ ਕਮਾਲ ਬਚਨ ਉਹਨਾਂ ਨੇ ਇਸ ਮੁਬਾਰਕ ਸ਼ਬਦ ਵਿੱਚ ਕਹੇ ਨੇ, ਤੈਂ ਨਰ ਕਿਆ ਪੁਰਾਣ ਸੁਨ ਕੀਨਾ। ਪੁਰਾਣ ਭਾਰਤੀ ਪਰੰਪਰਾ ਵਿੱਚ ਕਥਾਵਾਂ ਦੇ ਗ੍ਰੰਥ ਨੇ, ਤੇ ਜਦੋਂ ਕੋਈ ਇਸ ਤਰ੍ਹਾਂ ਦਾ ਸ਼ਬਦ ਵਰਤਿਆ ਜਾਏ ਤੇ ਇਹਦਾ ਭਾਵ ਕੁੱਲ ਮਿਲਾ ਕੇ ਜਮਾ ਘਟਾਓ ਕਰਕੇ ਇਹਦਾ ਭਾਵ ਤਤ ਭਾਵੇ ਨਿਕਲਦਾ ਹੁੰਦਾ ਵੀ ਧਰਮ ਗ੍ਰੰਥ ਸੁਣ ਕੇ ਤੂੰ ਕੀ ਕੀਤਾ। ਧਰਮ ਗ੍ਰੰਥ ਸੁਣ ਕੇ, ਧਰਮ ਪੁਸਤਕਾਂ ਸੁਣ ਕੇ, ਧਰਮ ਪੋਥੀਆਂ ਪੜ੍ਹ ਕੇ ਸੁਣ ਕੇ ਤੂੰ ਕੀ ਕੀਤਾ। ਜੇਕਰ ਤੇਰੇ ਜੀਵਨ 'ਚ ਅਨਪਾਵਨੀ ਭਗਤ ਨਹੀਂ ਉਪਜੀ, ਅਨਪਾਵਨੀ ਦਾ ਮਤਲਬ ਹੈ ਅਨੁਪਾਇਨ ਭਾਵ ਜਿਹੜੀ ਨਾਸ਼ਵੰਤ ਨਹੀਂ, ਸਦਾ ਰਹਿਣ ਵਾਲੀ ਹੈ। ਸਦਾ ਰਹਿਣ ਵਾਲੇ ਪਰਮੇਸ਼ਰ ਦੀ ਜੇ ਭਗਤੀ, ਜੇ ਬੰਦਗੀ, ਉਹਦੇ ਨਾਲ ਮੁਹੱਬਤ ਦਾ ਭਾਵ ਤੇਰੇ ਅੰਦਰ ਜੇ ਪੈਦਾ ਨਹੀਂ ਹੋਇਆ, ਜੇ ਤੂੰ ਰੱਬੀ ਪਿਆਰ 'ਚ ਜੀਣਾ ਨਹੀਂ ਸਿੱਖਿਆ, ਤਾਂ ਫਿਰ ਸੁਣ ਕੇ ਪੜ੍ਹ ਕੇ ਗਾ ਕੇ ਕੀ ਕੀਤਾ ਤੂੰ? ਭੁੱਖੈ ਦਾਨ ਨਾ ਦੀਨਾ। ਇਹਦਾ ਭਾਵ ਹੈ ਕਿਸੇ ਭੁੱਖੇ ਨੂੰ ਦਾਨ ਨਹੀਂ ਦਿੱਤਾ। ਹੁਣ ਚੇਤੇ 'ਚ ਰੱਖਿਓ ਵੀ ਤਨ ਦੇ ਭੁੱਖੇ ਨੂੰ ਦਾਨ ਦਿੱਤਿਆਂ, ਕੋਈ ਚੀਜ਼ ਦਿੱਤਿਆਂ ਤੇ ਲੋੜ ਕੰਮ ਸਰ ਸਕਦਾ, ਨੀਅਤ ਦੇ ਭੁੱਖੇ ਨੂੰ ਦੇ ਕੇ ਤੁਸੀਂ ਉਹਨੂੰ ਰਜਾ ਨਹੀਂ ਸਕਦੇ। ਇਹ ਜ਼ਰੂਰ ਧਿਆਨ ਰੱਖਣ ਦੀ ਲੋੜ ਹੁੰਦੀ। ਅਸੀਂ ਭੁੱਖ ਨੂੰ ਭੁੱਖ ਵਜੋਂ ਹੀ ਵੇਖਦੇ ਹਾਂ, ਅਸੀਂ ਉਹਦੇ 'ਚ ਤਨ ਤੇ ਮਨ ਦੀ ਖੇਡ ਨੂੰ ਨਹੀਂ ਸਮਝਦੇ। ਇਸ ਕਰਕੇ ਨੀਅਤ ਦਾ ਭੁੱਖਾ ਜਿੰਨਾ ਵੱਧ ਵਿਖਾਵਾ ਕਰ ਜਾਏ, ਲੋਕ ਕਹਿੰਦੇ ਨੇ ਵਿਚਾਰਾ ਲੋੜਵੰਦ ਹੈ। ਇਹ ਵੇਖਦੇ ਹੀ ਨਹੀਂ ਵੀ ਉਹ ਸੱਚੀ ਲੋੜਵੰਦ ਹੈ ਕਿ ਜਾਂ ਉਹ ਆਪਣੀ ਨੀਅਤ ਦੀ ਭੁੱਖ ਨੂੰ ਸਰੀਰ ਦੀ ਭੁੱਖ ਨਾਲ ਰਿਲੇਟ ਕਰਕੇ ਤੇ ਗਤਾਵਾ ਜਿਹਾ ਕਰਕੇ ਸਾਡੇ ਸਾਹਮਣੇ ਬਣਾ ਕੇ ਰੱਖ ਦਿੰਦਾ। ਇੱਥੇ ਭਾਵ ਹੈ ਲੋੜਵੰਦ। ਭੁੱਖੈ ਦਾਨ ਨਾ ਦੀਨਾ ਭਾਵ ਲੋੜਵੰਦ ਨੂੰ ਤੂੰ ਹੱਥੋਂ ਕੁਝ ਦਿੱਤਾ ਕਦੇ ਨਹੀਂ। ਲੋੜਵੰਦ ਦੀ ਤੂੰ ਕੋਈ ਸਹਾਇਤਾ ਨਹੀਂ ਕੀਤੀ। ਤੇ ਲੋੜਾਂ ਜਿਹੜੀਆਂ ਨੇ ਨਾ, ਪਦਾਰਥ ਦੀਆਂ ਵੀ ਹੁੰਦੀਆਂ ਨੇ ਤੇ ਪਰਮਾਰਥ ਦੀਆਂ ਵੀ ਹੁੰਦੀਆਂ ਨੇ। ਲੋੜ ਤਨ ਦੀ ਵੀ ਹੁੰਦੀ ਹੈ, ਕੁਝ ਸਮਾਜਿਕ ਲੋੜਾਂ ਵੀ ਹੁੰਦੀਆਂ ਨੇ। ਤੁਸੀਂ ਇਹ ਵੇਖੋ ਵੀ ਸਾਨੂੰ ਜ਼ਿੰਦਗੀ 'ਚ ਕੀ ਕੀ ਚਾਹੀਦਾ, ਉਹਦੇ ਹਿਸਾਬ ਨਾਲ ਫਿਰ ਉਹਨੂੰ ਆਪਣੀ ਜਗ੍ਹਾ ਤੇ ਰੱਖ ਕੇ ਵੇਖੋ, ਲੋੜ ਦੇ ਅਰਥ ਬੜੇ ਸੌਖੇ ਸਮਝ 'ਚ ਆ ਜਾਂਦੇ। ਸਾਨੂੰ ਰੋਟੀ ਵੀ ਚਾਹੀਦੀ ਹੈ, ਕੱਪੜਾ ਵੀ ਚਾਹੀਦਾ ਹੈ, ਘਰ ਵੀ ਚਾਹੀਦਾ ਹੈ, ਪਰਿਵਾਰ ਵੀ ਚਾਹੀਦਾ ਹੈ। ਕਿ ਹੁਣ ਜ਼ਰਾ ਦੂਜੇ ਨੂੰ ਆਪਣੀ ਜਗ੍ਹਾ ਰੱਖ ਕੇ ਵੇਖੋ, ਉਹਨੂੰ ਵੀ ਉਹ ਕੁਝ ਚਾਹੀਦਾ। ਜਿਹਦੇ ਪਰਿਵਾਰ ਦੀ ਮੈਂ ਚੁਗਲੀ ਕਰ ਰਿਹਾ, ਸੋਚੋ ਵੀ ਜੇ ਤੁਹਾਡੇ ਪਰਿਵਾਰ 'ਚ ਕੋਈ ਆ ਕੇ ਦੁਖੇੜ ਪਾਏ ਤੇ ਤੁਸੀਂ ਕੀ ਕਰੋਗੇ? ਤੁਹਾਨੂੰ ਪਰਿਵਾਰ ਚਾਹੀਦਾ ਹੈ ਨਾ, ਉਹਨੂੰ ਵੀ ਚਾਹੀਦਾ। ਤੇ ਕਈ ਵਾਰ ਇਹ ਬੜੀ ਵੱਡੀ ਸੇਵਾ ਹੁੰਦੀ ਹੈ ਵੀ ਗਲਤ ਗੱਲ ਨਾ ਕੀਤੀ ਜਾਏ, ਬੜੀ ਵੱਡਾ ਕੰਮ ਕਰ ਜਾਂਦੀ ਹੈ ਜ਼ਿੰਦਗੀ 'ਚ। ਜੇ ਮਨੁੱਖ ਕੋਈ ਸਹੀ ਗੱਲ ਨਾ ਕਰ ਸਕੇ ਤੇ ਗਲਤ ਕਹਿਣ ਦੀ ਹਿਮਾਕਤ ਨਾ ਕਰੇ, ਵੀ ਬੜੀ ਵੱਡੀ ਸੇਵਾ ਉਹ ਨਿਬੜਦੀ। ਸਾਡੀ ਚੁੱਪ ਬੜਾ ਵੱਡਾ ਅਸਰ ਕਰ ਜਾਂਦੀ। ਹੁਣ ਦੂਜੀ ਗੱਲ, ਸਮਾਜ ਵਿੱਚ ਸਾਨੂੰ ਸਤਿਕਾਰ ਦੀ ਲੋੜ ਹੁੰਦੀ ਹੈ ਨਾ। ਅਸੀਂ ਚਾਹੁੰਦੇ ਹਾਂ ਨਾ ਵੀ ਸੁਸਾਇਟੀ 'ਚ, ਸਮਾਜ 'ਚ ਸਾਨੂੰ ਸਤਿਕਾਰ ਦੇਵੇ ਕੋਈ, ਤੇ ਦੂਜੇ ਨੂੰ ਵੀ ਕਿਉਂ ਨਾ ਦਈਏ, ਉਹਦੀ ਵੀ ਲੋੜ। ਇਕੱਲੀ ਰੋਟੀ ਲੋੜ ਥੋੜ੍ਹਾ, 36 ਪ੍ਰਕਾਰ ਦੇ ਪਕਵਾਨ ਬਣੇ। ਹੁਣ ਭਾਈ ਗੁਰਦਾਸ ਜੀ ਨੇ ਆਖਿਆ ਵੀ ਕੌੜੇ ਤੇ ਮਿੱਠੇ ਬੋਲਾਂ ਦਾ, ਰਿਸਪੈਕਟ ਤੇ ਡਿਸਰਿਸਪੈਕਟ ਦਾ ਇੰਨਾ ਫਰਕ ਪੈਂਦਾ ਹੈ। ਤੁਸੀਂ ਕਿਸੇ ਮਨੁੱਖ ਨੂੰ ਰੁੱਖੀ ਰੋਟੀ ਸਤਿਕਾਰ ਨਾਲ ਉਹਦੇ ਹੱਥ ਤੇ ਰੱਖ ਕੇ ਉਹਦੇ ਬਰਾਬਰ ਬਹਿ ਜਾਓ ਤੇ ਆਪ ਵੀ ਹੱਥ ਤੇ ਰੱਖ ਲਓ, ਉਹਨੂੰ ਅਹਿਸਾਸ ਹੀ ਨਹੀਂ ਹੋਏਗਾ ਵੀ ਮੈਨੂੰ ਤੁਸੀਂ ਰੁੱਖੀ ਰੋਟੀ ਦਿੱਤੀ ਹੈ। ਉਹ ਜਿਹੜਾ ਮੁਹੱਬਤ ਦਾ ਤੁਸੀਂ ਮਾਹੌਲ ਸਿਰਜ ਲਿਆ,
ਉਹਦੇ ਵਿੱਚ ਰੁੱਖਾ ਵੀ ਅੰਮ੍ਰਿਤ ਹੋ ਨਿਬੜੇਗਾ। ਤੇ ਕਹਿੰਦੇ ਨੇ 36 ਪ੍ਰਕਾਰ ਦੇ ਪਕਵਾਨ ਹੋਣ ਤੇ ਤੁਹਾਡੇ ਮੱਥੇ ਤੇ ਵੱਟ ਹੋਵੇ ਤੇ ਤੁਸੀਂ ਅਗਲੇ ਨੂੰ ਥਾਲੀ ਵੀ ਠੱਕ ਕਰਦੀ ਸੁੱਟ ਕੇ ਉਹਦੇ ਅੱਗੇ, ਤੇ ਰੋਟੀ ਵੀ ਇਉਂ ਦਿਓ ਵੀ ਜਿਵੇਂ ਕਿਸੇ ਪਸ਼ੂ ਨੂੰ ਵੀ ਨਹੀਂ ਪਾਈਦੀ। 36 ਪਕਵਾਨਾਂ ਦਾ ਸਵਾਦ ਖਤਮ ਹੋ ਜਾਏਗਾ, ਉਹ ਜ਼ਹਿਰ ਸਮਾਨ ਹੋ ਜਾਣਗੇ। ਕੀ ਲੋੜ ਸੀ ਬੰਦੇ ਨੂੰ? ਇਕੱਲੀ ਤੁਹਾਡੀ ਰੋਟੀ ਦੀ ਲੋੜ ਨਹੀਂ ਸੀ, ਬਣਦੇ ਸਤਿਕਾਰ ਦੀ ਵੀ ਲੋੜ ਸੀ। ਇਸ ਹਿਸਾਬ ਨਾਲ ਸੋਚ ਕੇ ਵੇਖੋ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਲੋੜਵੰਦ ਕੱਲਾ ਢਿੱਡ ਦਾ ਭੁੱਖਾ ਨਹੀਂ ਮੰਨਿਆ। ਕਿਸੇ ਨੂੰ ਸਤਿਕਾਰ ਦੀ ਲੋੜ ਵੀ ਹੈ, ਕਿਸੇ ਨੂੰ ਖਿਮਾ ਕਰਨ ਦੀ ਲੋੜ ਵੀ ਹੈ, ਕਿਸੇ ਨਾਲ ਮਿੱਠਾ ਬੋਲਣ ਦੀ ਲੋੜ ਵੀ ਹੈ, ਕਿਸੇ ਲਈ ਭਲੀ ਗੱਲ ਕਰਨ ਦੀ ਲੋੜ ਵੀ ਹੈ। ਕੋਈ ਚੰਗਾ ਕਰਦਾ ਉਹਨੂੰ ਸ਼ਾਬਾਸ਼ ਦੇਣ ਦੀ ਲੋੜ ਵੀ ਹੈ, ਤੇ ਕੋਈ ਮਾੜਾ ਕਰਦਾ ਹੈ ਤੇ ਉਹਨੂੰ ਰੋਕਣ ਦੀ ਲੋੜ ਵੀ ਹੈ। ਲੋੜ ਕੱਲੀ ਢਿੱਡ ਦੀ ਰੋਟੀ ਦੀ ਥੋੜ੍ਹਾ ਹੈ ਸੰਸਾਰ 'ਚ, ਇਹਦਾ ਦਾਇਰਾ ਬਹੁਤ ਵੱਡਾ ਹੈ। ਇਹਦਾ ਭਾਵ ਹੁੰਦਾ ਵੀ ਜੇ ਤੂੰ ਭਲੇ ਲਈ ਕੋਈ ਉਦਮ ਨਹੀਂ ਕੀਤਾ, ਜਿੱਥੇ ਵੀ ਤੈਨੂੰ ਲੱਗਦਾ ਵੀ ਆ ਭਲੇ ਦਾ ਕੰਮ ਹੈ, ਜੇ ਤੂੰ ਉਹਦੇ ਲਈ ਉਦਮ ਨਹੀਂ ਕੀਤਾ ਤਾਂ ਫਿਰ ਕੀ ਲਾਭ ਹੋਇਆ? ਤੇ ਉਦਮ ਕਿਵੇਂ ਹੋਏਗਾ? ਜੇ ਅਸੀਂ ਪਰਮੇਸ਼ਰ ਦੇ ਪਿਆਰ ਵਿੱਚ ਰੰਗੇ ਜਾਵਾਂਗੇ ਔਰ ਕੁੱਲ ਮਖਲੂਕ ਤੇ ਖਲਕਤ ਨੂੰ ਰੱਬ ਦੀ ਰਿਆਇਆ ਮੰਨਾਂਗੇ। ਫਿਰ ਅੱਗੇ ਆਖਦੇ ਨੇ, ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ। ਹੇ ਦੇਵ, ਹੇ ਪਰਮੇਸ਼ਰ, ਵੇਖੋ ਮਨੁੱਖ ਦੀ ਹਾਲਤ ਤੇ ਕਰਮਕਾਂਡ ਬਹੁਤ ਕਰਦਾ, ਪਰ ਨਾ ਇਹਦੀ ਸੁਰਤ ਚੋਂ ਕਾਮ ਗਿਆ, ਨਾ ਕ੍ਰੋਧ ਗਿਆ ਤੇ ਨਾ ਲੋਭ ਛੁੱਟਿਆ। ਸੁਰਤ ਅਜੇ ਵੀ ਉਹਨਾਂ ਵਿਕਾਰਾਂ 'ਚ ਜਕੜੀ ਹੋਈ ਹੈ, ਕਾਮ 'ਚ ਗ੍ਰਸੀ ਹੋਈ। ਜੇ ਬਾਹਰ ਇਹਦੇ ਕੋਲੋਂ ਕੋਈ ਸੇਫ ਨਹੀਂ, ਤੇ ਜੇ ਇਹੋ ਜਿਹਾ ਬੰਦਾ ਧਰਮ ਸਥਾਨ ਤੇ ਬਹਿ ਜਾਏ ਤੇ ਉੱਥੇ ਵੀ ਇਹਦੇ ਕੋਲੋਂ ਕੋਈ ਸੇਫ ਨਹੀਂ। ਪ੍ਰੋਬਲਮ ਤਾਂ ਇਹਦੇ ਅੰਦਰ ਹੈ ਨਾ, ਸੁਰਤ 'ਚ ਹੈ ਨਾ, ਦਿਮਾਗ 'ਚ ਹੈ ਪ੍ਰੋਬਲਮ। ਤਾਂ ਬੁੱਧੀ ਭ੍ਰਿਸ਼ਟੀ ਗਈ ਹੈ, ਪ੍ਰੋਬਲਮ ਤਾਂ ਇੱਥੇ ਹੈ। ਤੁਸੀਂ ਵੇਖੋ, ਮੈਂ ਕਈ ਵਾਰ ਖਿਮਾ ਕਰਨਾ ਇਹ ਬਚਨ ਕਹਿੰਦਾ ਹੁੰਦਾ, ਜਿੰਨੇ ਦੁਨੀਆ ਦੇ ਧਰਮਾਂ ਵਿੱਚ, ਮਜ਼ਹਬਾਂ ਦੇ ਵਿੱਚ ਮਰਿਆਦਾ ਨੂੰ ਲੈ ਕੇ ਖਲਜਗਣਾ ਨੇ, ਇੰਨੇ ਤਪੇ ਰਹਿੰਦੇ ਨੇ ਲੋਕ। ਹੈਰਾਨੀ ਹੁੰਦੀ ਹੈ ਵੀ ਕਾਹਦੀ ਰਾਖੀ ਕਰਨਗੇ। ਉਹ ਕਾਜ਼ੀਆਂ ਵਾਲੀਆਂ ਆਦਤਾਂ ਸਾਡੇ 'ਚ ਆ ਗਈਆਂ, ਸ਼ਾਸਤਰੀ ਪੰਡਤਾਂ ਵਾਲੀਆਂ ਆਦਤਾਂ ਸਾਡੇ 'ਚ ਵੀ ਆ ਗਈਆਂ ਵੀ ਜਦੋਂ ਬੰਦੇ ਦਾ ਮਾਣ ਸਨਮਾਨ ਹੀ ਨਹੀਂ ਰਿਹਾ ਤੇ ਬਾਕੀ ਕੀ ਬਚਾਓਗੇ? ਇਨਸਾਨ ਨੂੰ ਤਾਂ ਮਹਾਰਾਜ ਨੇ ਰੱਬ ਦਾ ਬੰਦਾ, ਰੱਬ ਦਾ ਘਰ ਕਿਹਾ। ਸੰਵਾਦ ਹੋਣਾ ਚਾਹੀਦਾ, ਵਿਚਾਰ ਹੋਣਾ ਚਾਹੀਦਾ, ਪਰ ਉਹਦੇ ਵਿੱਚ ਵੀ ਖਿਆਲ ਰੱਖਣਾ ਚਾਹੀਦਾ ਵੀ ਸੰਵਾਦ ਦਾ ਇੱਕ ਦਾਇਰਾ ਹੁੰਦਾ, ਇੱਕ ਮਰਿਆਦਾ, ਇੱਕ ਨਿਯਮ ਹੁੰਦਾ। ਕ੍ਰੋਧ ਨਹੀਂ ਛੁੱਟਿਆ। ਨਿੱਕੀ ਨਿੱਕੀ ਗੱਲ ਤੇ ਅਸੀਂ ਕ੍ਰੋਧੀ ਹੁੰਦੇ ਹਾਂ। ਫਿਰ ਜਦੋਂ ਕ੍ਰੋਧ ਚੜ੍ਹਦਾ ਤੇ ਫਿਰ ਨਾ ਵੱਡੇ ਦਾ ਨਾ ਛੋਟੇ ਦਾ ਕੋਈ ਖਿਆਲ ਨਹੀਂ ਰਹਿੰਦਾ, ਨਾ ਉਮਰ ਦਾ ਲਿਹਾਜ਼, ਨਾ ਪਹਿਰਾਵੇ ਦਾ ਲਿਹਾਜ਼, ਨਾ ਸਮਾਜ ਦਾ ਲਿਹਾਜ਼। ਉੱਥੇ ਤੇ ਫਿਰ ਸਭ ਕੁਝ ਬਰਾਬਰ ਹੀ ਹੈ ਨਾ। ਲੋਭ ਨਾ ਛੂਟਿਓ ਦੇਵਾ, ਨਾ ਲੋਭ ਛੁੱਟ ਗਿਆ। ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਭਗਤ ਜੀ ਆਖਦੇ ਨੇ, ਪਰਾਈ ਨਿੰਦਾ, ਦੂਜੇ ਨੂੰ ਨੀਵਾਂ ਵਿਖਾਉਣ ਦੀ ਭਾਵਨਾ ਵੀ ਤੇਰੇ ਅੰਦਰੋਂ ਗਈ ਨਹੀਂ। ਉਹ ਵੀ ਤੂੰ ਮੌਕੇ ਲੱਭਦਾ ਰਹਿਣਾ ਵੀ ਕਿਹੜੇ ਵੇਲੇ ਕੋਈ ਬੰਦਾ 1000 ਕੰਮ ਸਹੀ ਕਰੇ, ਤੂੰ ਲੱਭਦਾ ਰਹਿਣਾ ਵੀ ਇੱਕ ਗਲਤੀ ਕਰ ਦੇਵੇ, ਸਹੀ ਦਾ 1000 ਖੂਜ ਪਾਉਣਾ। ਇਹ ਸਾਡੀ ਬਿਰਤੀ ਹੁੰਦੀ ਨਾ, ਅਸੀਂ ਆਪਣੀ ਗਲਤੀ ਨੂੰ ਪ੍ਰੋਟੈਕਟ ਕਰਦੇ ਹਾਂ ਤੇ ਦੂਜੇ ਦੀ ਚੰਗਿਆਈ ਤੇ ਵੀ ਹਮਲਾਵਰ ਹੋ ਜਾਂਦੇ। ਕਾਰਨ ਪਰਸਨੈਲਿਟੀ ਕਲੈਸ਼ ਹੈ। ਕਈ ਵਾਰ ਵਿਚਾਰ ਰਲਦਾ, ਉਹੀ ਕੰਮ ਦੂਜਾ ਕਰੇ ਤੇ ਚੰਗਾ ਲੱਗਦਾ, ਪਰ ਕਿਉਂਕਿ ਇਹਨੇ ਕਿਉਂ ਕੀਤਾ, ਇਹਦੇ ਨਾਲ ਮੇਰੀ ਬਣਦੀ ਨਹੀਂ। ਪ੍ਰੋਬਲਮ ਇੱਥੇ, ਇਹਨੂੰ ਕਹਿੰਦੇ ਨੇ ਪਰਸਨੈਲਿਟੀ ਕਲੈਸ਼, ਸ਼ਖਸੀ ਟਕਰਾਅ। ਕਿਉਂ ਸ਼ਖਸੀ ਟਕਰਾਅ? ਕਿਉਂਕਿ ਉਹ ਬੰਦਾ ਮੈਨੂੰ ਚੰਗਾ ਨਹੀਂ ਲੱਗਦਾ। ਕਈ ਵਾਰ ਸਾਡੇ ਕਰਮ ਉੱਤੇ ਵਿਰੋਧ ਨਹੀਂ ਖੜੇ ਹੁੰਦੇ, ਸਰੀਰ ਉੱਤੇ ਵਿਰੋਧ ਖੜੇ ਹੁੰਦੇ। ਇਸ ਵਾਸਤੇ ਸਤਿਗੁਰੂ ਮਹਾਰਾਜ ਨੇ ਆਖਿਆ ਵੀ ਪਰ ਨਿੰਦਾ ਮੁਖ ਤੇ ਨਹੀਂ ਛੂਟੀ। ਹਰ ਵੇਲੇ ਦੂਜਿਆਂ ਦੀਆਂ ਘਰਾਂ ਦੀਆਂ ਗੱਲਾਂ ਛਾਣਦੇ ਰਹਿਣਾ। ਕਿਸੇ ਦੀ ਧੀ ਨੇ ਕੀ ਕੀਤਾ, ਪੁੱਤ ਨੇ ਕੀ ਕੀਤਾ, ਫਲਾਣੇ ਦੇ ਜਵਾਈ ਨੇ ਕੀ ਕੀਤਾ, ਮੁੰਡੇ ਨੇ, ਇਹੋ ਕੁਝ ਹੀ ਹੈ। ਆਪਣੀ ਨੂੰ ਅਸੀਂ ਦੱਬ ਲੈਂਦੇ ਹਾਂ, ਆਪਣੀ ਗੱਲ ਨੂੰ, ਦੂਜੇ ਦੀ ਕੋਠੇ ਚੜ੍ਹ ਕੇ ਰੌਲਾ ਪਾਉਂਦਾ। ਸਾਡਾ ਧਰਮ ਇੱਥੇ ਖੜਾ ਹੈ ਔਰ ਇਹਦੇ ਤੇ ਘੰਟਿਆਂ ਬੱਧੀ ਪ੍ਰਵਚਨ ਦਿੱਤੇ ਜਾ ਸਕਦੇ। ਮੱਥਾ ਭਾਵੇਂ ਅਸੀਂ ਟੇਕਣ ਆਈਏ ਨਾ ਆਈਏ ਗੁਰਦੁਆਰੇ, ਪਰ ਸਾਰੇ ਬੇਕਰਸਫੀਲਡ ਦੀ ਗੱਲ ਅਸੀਂ ਜ਼ਰੂਰ ਕਰਾਂਗੇ, ਕਿਹਦੇ ਘਰ 'ਚ ਕੀ ਹੁੰਦਾ ਹੈ, ਉਹ ਬੜੀ ਜ਼ਰੂਰੀ ਹੈ। ਸੁਭਾਅ ਉਹ ਨਹੀਂ ਬਦਲਦਾ, ਨਾ ਧਰਤੀ ਬਦਲਿਆ, ਉਹ ਸੁਭਾਅ ਬਦਲਿਆ।
ਨਾ ਉਮਰ ਦੇ ਲਿਹਾਜ਼ ਨਾਲ ਉਹ ਸੁਭਾਅ ਬਦਲ ਰਹੇ ਨੇ। ਜਿੰਨਾ ਚਿਰ ਇਹ ਨਹੀਂ ਬਦਲਣਗੇ, ਅਸੀਂ ਆਪਣੇ ਬਜ਼ੁਰਗਾਂ ਦੀ ਸਿੱਖਿਆ ਭੁੱਲ ਰਹੇ ਹਾਂ। ਉਹ ਕਹਿੰਦੇ ਸਨ, ਕਿਸੇ ਦੇ ਜ਼ਖਮ ਨੂੰ ਢੱਕਣਾ ਸਿੱਖੋ, ਉਹਨੂੰ ਛਿੱਲਣਾ ਨਾ ਸਿੱਖੋ। ਇਹ ਤੁਹਾਡਾ ਕੰਮ ਨਹੀਂ। ਸਾਡੇ ਆਪਣੇ ਜ਼ਖਮ ਰਾਜੀ ਹੋ ਜਾਣ, ਇੰਨਾ ਥੋੜ੍ਹਾ। ਅਸੀਂ ਤੇ ਰੋਜ਼ ਮਹਾਰਾਜ ਕੋਲੋਂ ਭੀਖ ਮੰਗਦੇ ਹਾਂ ਵੀ ਸੱਚੇ ਪਾਤਸ਼ਾਹ ਸਾਡੇ ਔਗਣ ਢੱਕ ਲਈ, ਸਾਡੇ ਪਰਦੇ ਕੱਜ ਲਈ। ਤੇ ਦੂਜਿਆਂ ਦੇ ਤੂੰ ਕਿੰਨੇ ਕੁ ਕੱਜਦਾ? ਦੂਜਿਆਂ ਦੇ ਵੀ ਕੱਜਣੇ ਸਿੱਖ। ਗੁਰੂ ਵਾਲਾ ਹੋਣਾ ਚਾਹੁੰਦਾ ਤੇ ਗੁਰੂ ਵਰਗਾ ਕੰਮ ਕਰਨਾ ਸਿੱਖ। ਗੁਰੂ ਪਰਦੇ ਕੱਜਦਾ ਹੈ ਨਾ, ਤੂੰ ਕਿਉਂ ਨਹੀਂ ਕੱਜਦਾ? ਗੁਰੂ ਤੇਰੇ ਪਰਦੇ ਢੱਕਦਾ, ਤੂੰ ਕਿਉਂ ਨਹੀਂ ਢੱਕਦਾ? ਤੂੰ ਵੀ ਢੱਕਣੇ ਸਿੱਖ। ਜਿਸ ਦਿਨ ਤੇਰਾ ਇਹ ਸੁਭਾਅ ਬਣ ਜਾਏਗਾ ਨਾ, ਤੂੰ ਭਗਤ ਹੋ ਜਾਏਗਾ, ਗੁਰਮੁਖ ਹੋ ਜਾਏਗਾ। ਇਸ ਲਈ ਸਾਹਿਬ ਸਤਿਗੁਰੂ ਮਹਾਰਾਜ ਨੇ ਆਖਿਆ, ਨਿਫਲ ਭਾਈ, ਜੇ ਤੂੰ ਅਜਿਹੇ ਕਰਮ ਕਰਦਾ ਹੈ ਤਾਂ ਤੇਰੀ ਸੇਵਾ, ਤੇਰੀ ਘਾਲਣਾ ਸਾਰੀ ਨਿਫਲ ਹੈ, ਫਲ ਰਹਿਤ ਹੈ, ਉਹਦੀ ਕੋਈ ਪ੍ਰਾਪਤੀ ਨਹੀਂ ਹੋਏਗੀ। ਬਾਟ ਪਾਰ ਘਰ ਮੂਸ ਬਿਰਾਨੋ। ਬਾਟ ਪਾਰ ਦਾ ਮਤਲਬ ਹੁੰਦਾ ਹੈ ਡਕੈਤੀਆਂ, ਠੱਗੀਆਂ ਕਰਨੀਆਂ, ਜਾਲ ਸਾਜ਼ੀਆਂ ਕਰਨੀਆਂ, ਧੋਖੇ ਕਰਨਾ, ਚੀਟਿੰਗ ਕਰਨੀ, ਫਰੇਬ ਕਰਨਾ, ਦੂਜੇ ਨੂੰ ਠੱਗਣ ਲਈ, ਨੀਵਾਂ ਵਿਖਾਉਣ ਲਈ, ਤਬਾਹ ਕਰਨ ਲਈ, ਬਰਬਾਦ ਕਰਨ ਲਈ। ਜਦੋਂ ਤੂੰ ਠੱਗੀ ਕਰਦਾ ਹੈ, ਧੋਖੇ ਕਰਦਾ ਹੈ, ਜਾਲ ਸਾਜ਼ੀਆਂ ਕਰਦਾ ਹੈ, ਚਲਾਕੀਆਂ ਖੇਡਦਾ ਹੈ, ਉਹਨੂੰ ਕਿਹਾ ਜਾਂਦਾ ਹੈ ਬਾਟ ਪਾਰ ਘਰ ਮੂਸ ਬਿਰਾਂ। ਦੂਜੇ ਦਾ ਘਰ ਠੱਗਦਾ, ਭਾਵੇਂ ਇੱਜ਼ਤ ਕਰਕੇ ਠੱਗੇ, ਭਾਵੇਂ ਦੌਲਤ ਕਰਕੇ ਠੱਗੇ, ਇਹ ਠੱਗੀ ਹੈ ਨਾ। ਪੇਟ ਭਰਿਆ ਅਪਰਾਧੀ, ਤੇ ਇਹਨਾਂ ਚੀਜ਼ਾਂ ਨਾਲ ਤੂੰ ਆਪਣਾ ਢਿੱਡ ਭਰਦਾ ਹੈ, ਆਪਣੀ ਨੀਅਤ ਵੀ ਇਹਨਾਂ ਨਾਲ ਭਰਦਾ ਹੈ ਤੇ ਢਿੱਡ ਵੀ ਇਹਨਾਂ ਨਾਲ ਭਰਦਾ ਹੈ। ਜੇ ਪਰਲੋਕ ਜਾਏ ਅਪਕੀਰਤ ਸੋਈ ਵਿਦਿਆ ਸਾਦੀ। ਤੂੰ ਇਹੋ ਜਿਹੀ ਅਗਿਆਨਤਾ ਕਮਾ ਰਿਹਾ ਹੈ, ਆ ਜਿਹੜੀ ਦੱਸੀ ਹੈ, ਇਹੋ ਜਿਹੀ ਅਗਿਆਨਤਾ ਕਮਾ ਰਿਹਾ ਹੈ। ਅਪਜਸ, ਅਪਕੀਰਤ ਦਾ ਮਤਲਬ ਹੁੰਦਾ ਹੈ ਬਦਨਾਮੀ। ਅਪਕੀਰਤ ਕਮਾ ਰਿਹਾ ਹੈ, ਜਿਹੜੀ ਤੇਰੇ ਪਰਲੋਕ ਤੱਕ ਨਾਲ ਨਿਭੇਗੀ। ਭਾਵ ਇੱਥੇ ਹੀ ਨਹੀਂ, ਤੇਰੇ ਗੁਜ਼ਰ ਜਾਣ ਤੋਂ ਬਾਅਦ ਵੀ ਲੋਕ ਦੁਹਾਈ ਦਿਆ ਕਰਨਗੇ ਵੀ ਇਹੋ ਜਿਹਾ ਸੀ। ਤੁਸੀਂ ਜ਼ਕਰੀਆ ਖਾਨ ਦੀ ਦਿੰਦੇ ਹੋ ਨਾ, ਔਰੰਗਜ਼ੇਬ ਦੀ ਦਿੰਦੇ ਹੋ ਨਾ, ਤੇ ਸਾਡੀ ਕਿਉਂ ਨਾ ਦੇਣਗੇ ਲੋਕ? ਜਿਹੜਾ ਮਗਰਲਾ ਪੂਰਾ ਹੈਗਾ ਉਹ ਸਾਡੀ ਵੀ ਦੁਹਾਈ ਐਵੇਂ ਦੇਗਾ। ਤੋ ਸਤਿਗੁਰੂ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਨੇ, ਹਿੰਸਾ ਤੋਂ ਮਨ ਤੇ ਨਹੀਂ ਛੂਟੀ, ਜੀ ਦਇਆ ਨਹੀਂ ਪਾਲੀ। ਹਿੰਸਕ ਭਾਵਨਾ ਤੇਰੇ ਮਨ ਵਿੱਚੋਂ ਛੁੱਟੀ ਨਹੀਂ। ਯਾਦ ਰਹੇ, ਦੋ ਸਿਧਾਂਤ ਨੇ, ਅਹਿੰਸਾ ਤੇ ਹਿੰਸਾ। ਹਿੰਸਾ ਦਾ ਭਾਵ ਹੁੰਦਾ ਹੈ ਜ਼ੁਲਮ ਕਰਨਾ, ਤੇ ਅਹਿੰਸਾ ਦਾ ਭਾਵ ਹੁੰਦਾ ਹੈ ਜ਼ੁਲਮ ਤੋਂ ਬਚਣਾ। ਤੇ ਇਹਨਾਂ ਦੀ ਵਿਆਖਿਆ ਵੀ ਬੜੀ ਗੁੰਝਲਦਾਰ ਭਾਰਤੀ ਸ਼ਾਸਤਰ ਵਿੱਚ ਹੋਈ ਹੈ। ਬੁੱਧ ਮਤ ਨੇ ਅਹਿੰਸਾ ਪਰਮੋ ਧਰਮਾ ਕਿਹਾ ਸੀ, ਜੈਨ ਮਤ ਨੇ ਵੀ ਇਸ ਨੂੰ ਅਪਣਾਇਆ, ਹੋਰ ਵੀ ਬਹੁਤ ਸਾਰੇ ਸੰਪਰਦਾਇ ਨੇ ਜਿਨ੍ਹਾਂ ਨੇ ਇਸ ਨੂੰ ਅਪਣਾਇਆ। ਪਰ ਅਹਿੰਸਾ ਦੀ ਵਿਆਖਿਆ ਇੰਨੀ ਕੁ ਜਿਵੇਂ ਵਾੜ ਤੋਂ ਖੱਲ ਲਾਈ ਜਾਂਦੀ, ਇੰਨੀ ਡੂੰਘੀ ਤੁਰੀ ਗਈ, ਤੁਰੀ ਗਈ, ਤੁਰੀ ਗਈ ਵੀ ਮਹਾਰਾਜਾ ਅਸ਼ੋਕ ਸਮਰਾਟ ਦਾ ਰਾਜ ਭਾਗ ਤਬਾਹ ਹੋ ਕੇ ਉਸ ਤੋਂ ਬਾਅਦ ਬੁੱਧ ਧਰਮ ਦਾ ਪਤਨ ਹੋ ਗਿਆ। ਉਸ ਦਾ ਕਾਰਨ ਸੀ ਅਹਿੰਸਾ ਪਰਮੋ ਧਰਮਾ। ਜਦੋਂ ਰਾਜਾ ਤਲਵਾਰ ਸੁੱਟ ਦੇਵੇ ਨਾ, ਫਿਰ ਉਹ ਪ੍ਰਜਾ ਦੀ ਰਾਖੀ ਨਹੀਂ ਕਰ ਸਕਦਾ। ਇਸ ਲਈ ਦਾਨਾਈ ਇਹਦੇ ਵਿੱਚ ਹੁੰਦੀ ਹੈ ਕਿ ਇੱਕ ਸਿਆਣੇ ਪੁਰਖ ਨੇ ਲਿਖਿਆ ਵੀ ਜਦੋਂ ਸੰਸਾਰ ਵਿੱਚ ਸ਼ਾਂਤੀ ਹੋਵੇ, ਉਦੋਂ ਵੀ ਫੌਜਾਂ ਆਪਣੀ ਮਸ਼ਕ ਕਰ ਰਹੀਆਂ ਹੁੰਦੀਆਂ ਨੇ, ਤੇ ਉਦੋਂ ਵੀ ਸਰਕਾਰਾਂ ਹਥਿਆਰਾਂ ਦੇ ਜ਼ਖੀਰੇ ਇਕੱਠੇ ਕਰ ਰਹੀਆਂ ਹੁੰਦੀਆਂ। ਉਹਨਾਂ ਨੂੰ ਪੁੱਛਿਆ ਕਿਉਂ ਕਰਦੇ ਹੋ? ਫੌਜੀ ਨੂੰ ਪੁੱਛਿਆ ਵੀ ਇਹਦੀ ਮਸ਼ਕ, ਅਭਿਆਸ, ਟ੍ਰੇਨਿੰਗ ਕਿਉਂ ਕਰਦੇ ਹੋ ਜਦੋਂ ਸਾਰੇ ਸੰਸਾਰ 'ਚ ਸ਼ਾਂਤੀ ਹੈ? ਕਹਿੰਦੇ ਨੇ ਇਸ ਕਰਕੇ ਕਰਦੇ ਹਾਂ ਵੀ ਕਿਤੇ ਵੀ ਅਸ਼ਾਂਤੀ ਦਾ ਮਾਹੌਲ ਬਣੇ ਸਾਡੀ ਪ੍ਰਜਾ ਦੇ ਉੱਤੇ, ਤੇ ਅਸੀਂ ਅੱਗੇ ਆ ਸਕੀਏ। ਅਮਨ ਟਿਕਾ ਸ਼ਾਂਤੀ ਲਈ, ਸਦਭਾਵਨਾ ਦੇ ਮਾਹੌਲ ਲਈ ਕਈ ਵਾਰ ਤੁਹਾਨੂੰ ਜੰਗੀ ਅਭਿਆਸ ਵੀ ਲਾਜ਼ਮੀ ਹੋ ਜਾਂਦਾ ਹੈ। ਤੋ ਹਿੰਸਾ ਤੇ ਅਹਿੰਸਾ ਦੇ ਅਰਥ ਜਿਹੜੇ ਨੇ, ਇਹਨਾਂ ਦਾ ਆਪਸੀ ਕਈ ਵਾਰ ਬਹੁਤੀਆਂ ਸੱਭਿਅਤਾਵਾਂ ਵਿੱਚ ਇਹਦਾ ਬੜਾ ਡੂੰਘਾ ਟਕਰਾ। ਗੁਰਮਤ ਨੇ ਹਿੰਸਾ ਉਸ ਚੀਜ਼ ਨੂੰ ਮੰਨਿਆ ਜਿੱਥੇ ਤੁਸੀਂ ਕਿਸੇ ਦਾ ਬੁਰਾ ਲੋਚਦੇ, ਮਨ ਕਰਕੇ ਵੀ ਹੁੰਦੀ ਹੈ, ਬਚਨ ਕਰਕੇ ਵੀ ਹੁੰਦੀ ਹੈ, ਕਰਮ ਕਰਕੇ ਵੀ ਹੁੰਦੀ ਹੈ। ਹਿੰਸਾ ਤੇ ਅਹਿੰਸਾ ਦਾ ਦੌਰ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ, ਤਿੰਨਾਂ ਭਾਵਾਂ ਵਿੱਚ ਚੱਲਦਾ ਹੈ। ਇਸ ਲਈ ਸਾਹਿਬ ਨੇ ਕਿਹਾ ਵੀ ਜੀ ਦਇਆ, ਤੂੰ ਜੀਆਂ ਦੇ ਉੱਤੇ, ਹਰ ਹਿਰਦੇ ਦੇ ਉੱਤੇ ਤੂੰ ਦਇਆ ਨਹੀਂ ਪਾੜੀ, ਤੂੰ ਸਭਨਾਂ ਦਾ ਮਨ ਮਾਣਕ ਨਹੀਂ ਸਮਝਿਆ। ਕਿਉਂਕਿ ਜੀ ਸ਼ਬਦ ਜਿਹੜਾ ਬਾਣੀ ਦੇ ਵਿੱਚ
ਜੀਵਾਂ ਵਾਸਤੇ ਵੀ ਆਇਆ ਤੇ ਹਿਰਦੇ ਵਾਸਤੇ ਵੀ ਆਇਆ। ਤੋ ਸਾਹਿਬ ਨੇ ਅਖੀਰ ਦੇ ਉੱਤੇ ਫਰਮਾਇਆ, ਪਰਮਾਨੰਦ ਸਾਧ ਸੰਗਤ ਮੇਲ ਕਥਾ ਪੁਨੀਤ ਨਾ ਚਾਲੀ। ਪਰਮਾਨੰਦ ਜੀ ਆਪਣੇ ਨਾਂ ਦੀ ਮੋਹਰ ਛਾਪ ਵਰਤ ਕੇ ਆਖਦੇ ਨੇ, ਗੁਰੂ ਦੀ ਸੰਗਤ। ਸਾਧ ਦਾ ਭਾਵ ਹੈ ਗੁਰੂ ਦੀ ਸੋਭਤ ਸੰਗਤ ਵਿੱਚ ਜੁੜ ਕੇ ਤੂੰ ਪਰਮੇਸ਼ਰ ਦੇ ਨਾਮ ਦੀ, ਵਾਹਿਗੁਰੂ ਦੀ ਬੰਦਗੀ ਦੀ, ਅਕਾਲ ਪੁਰਖ ਦੇ ਗੁਣਾਂ ਦੀ ਪਵਿੱਤਰ ਕਥਾ ਨਾਲ ਨਹੀਂ ਜੁੜਿਆ। ਭਾਵ ਉਹਦੀ ਸਿਫਤ ਸਲਾਹ, ਵਡਿਆਈ, ਉਹਦੇ ਗੁਣਾਂ, ਉਹਦੇ ਨਾਮ, ਉਹਦੀ ਭਗਤੀ ਦਾ ਤੂੰ ਚਿੰਤਨ ਨਹੀਂ ਕੀਤਾ। ਸਾਹਿਬ ਸਤਿਗੁਰੂ ਕਿਰਪਾ ਕਰਨ, ਇਸ ਪਾਵਨ ਸ਼ਬਦ ਦਾ ਜੋ ਉਪਦੇਸ਼ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਉਹ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਆਪ ਸਾਰੀ ਸੰਗਤ ਵਡਭਾਗੀ ਹੋ, ਧੰਨਤਾ ਦੇ ਪਾਤਰ ਹੋ, ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਦੇ ਮੁਬਾਰਕ ਚਰਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ।